जी वाहिगुरु जी का खालसा वाहिगुरु जी की फतेह जी। ਵਾਹਿਗੁਰੂ ਜੀ ਅੱਜ ਖਾਲਸਾ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ ਜਿਹਦਾ ਨਾਮ ਹੈ ਟਿਪਸ ਫॉर ਗੁੱਡ ਲਾਈਫ ਸੁਖੀ ਜੀਵਨ ਦੇ ਰਾਜ਼ ਇਹ ਵਾਇਸ ਆਫ ਮਾਨਵਤਾ ਟੀਵੀ ਨਿਊਜ਼ ਪ੍ਰੋਗਰਾਮ ਦੇ ਮੇਘਰਾਜ ਸਿੰਘ ਹੁਣੀ ਕੋਆਰਡੀਨੇਟ ਕਰ ਰਹੇ ਨੇ। ਉਹਨਾਂ ਦੇ ਇਹ ਕੋਆਰਡੀਨੇਸ਼ਨ ਦੇ ਥੱਲੇ ਚਲਾਇਆ ਜਾ ਰਿਹਾ। ਦਾਸ ਦਾ ਨਾਮ ਹੈ ਹਰਮਿੰਦਰ ਸਿੰਘ। ਅੱਜ ਦਾ ਪ੍ਰੋਗਰਾਮ ਜਿਹੜਾ ਮੋਡਰੇਟ ਕੀਤਾ ਜਾ ਰਿਹਾ ਇਹ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਪਾਰਟੀਸ਼ਨ ਆਫ ਗ੍ਰੇਟਰ ਇੰਡੀਆ ਜਿਹੜਾ 1947 ਦਾ ਉਹ ਅਸੀਂ ਸ਼ੁਰੂ ਕੀਤਾ ਸੀ ਪਿਛਲੇ ਹਫਤੇ। ਉਹਦਾ ਪ੍ਰੋਗਰਾਮ ਨੂੰ ਟੂ ਬੀ ਕੰਟੀਨਿਊਡ। ਜਿਹੜੇ ਸਪੀਕਰਸ ਨੂੰ ਟਾਈਮ ਨਹੀਂ ਸੀ ਮਿਲਿਆ ਅੱਜ ਦੇ ਫੇਰ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਟਾਈਮ ਦਿੱਤਾ ਜਾਊਗਾ। ਵੀ ਵਿਲ ਸਟਾਰਟ ਵਿਦ 5 to 7 ਮਿੰਟਸ ਈਚ ਤਾਂ ਕਿ ਆਪਣਾ ਜਿਹੜਾ ਤਾਂ ਕਿ ਸਾਡਾ ਪਤਾ ਲੱਗੇ ਉਹ ਪਾਰਟੀਸ਼ਨ ਦਾ ਸਿੱਖਾਂ ਤੇ ਕੀ ਅਸਰ ਪਿਆ। ਉਹ ਸਿੱਖਾਂ ਦੇ ਅਸਰ ਨਾਲ ਅਸੀਂ ਸਾਡੀ ਕੀ ਇਸ ਵੇਲੇ ਹਾਲਤ ਆ, ਕੀ ਅਸੀਂ ਸਬਕ ਸਿੱਖ ਰਹੇ ਹਾਂ ਤੇ ਗੁਰਮਤ ਦੇ ਪਰਸਪੈਕਟਿਵ ਤੋਂ ਉਹ ਜਿਹੜਾ ਆਜ਼ਾਦੀ ਦਾ ਜਿਹੜਾ ਸੁਤੰਤਰਤਾ ਦਾ ਕਨਸੈਪਟ ਹੈ ਉਹ ਸਾਡੇ ਵਿੱਚ ਕਿਸ ਤਰ੍ਹਾਂ ਹੈ। ਉਹ ਜਿਹੜੇ ਵਿਚਾਰ ਆ ਅਸੀਂ ਅੱਜ ਸ਼ੁਰੂ ਕਰਾਂਗੇ। ਖਾਸ ਕਰਕੇ ਜਿਨ੍ਹਾਂ ਸਪੀਕਰਸ ਨੂੰ ਪਿਛਲੀ ਦਫਾ ਟਾਈਮ ਨਹੀਂ ਸੀ ਮਿਲਿਆ ਉਹਨਾਂ ਨੂੰ ਇਸ ਸੈਸ਼ਨ ਦੇ ਵਿੱਚ ਪ੍ਰਾਇੋਰਟੀ ਦਿੱਤੀ ਜਾਊਗੀ। ਦੈਨ ਵੀ ਵਿਲ ਕਮ ਬੈਕ ਟੂ ਈਚ ਐਂਡ ਐਵਰੀ ਵਨ ਆਫ ਅਸ। ਹਾਂਜੀ, ਸਭ ਤੋਂ ਪਹਿਲਾਂ ਆਈ ਵਿਲ ਸਟਾਰਟ ਵਿਦ ਸਰਦਾਰ ਮੋਲਕ ਸਿੰਘ ਹੁਣਾਂ ਦੇ ਨਾਲ। ਸਰਦਾਰ ਮੋਲਕ ਸਿੰਘ ਜੀ, ਹਾਂਜੀ ਤੁਸੀਂ ਅਗਲੇ 7-8 ਮਿੰਟਾਂ ਦੇ ਲਈ ਤੁਸੀਂ ਆਪਣੇ ਵਿਚਾਰ ਦੱਸੋ ਜੀ ਅੱਜ ਦੇ ਪ੍ਰੋਗਰਾਮ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ ਵਿੱਚ ਫਤਿਹ ਜੀ। ਵਾਹਿਗੁਰੂ ਜੀ। ਜਿਸ ਤਰੀਕੇ ਨਾਲ ਅਸੀਂ ਉੱਚੀ ਕਰੋ ਜੀ ਥੋੜੀ ਜਿਹੀ ਆਵਾਜ਼। ਗੁਰਸਿੱਖ ਧਾਰਨਾ ਦੇ ਮੁਤਾਬਕ ਚੱਲਦੇ ਹਾਂ ਉਹਦੇ ਵਿੱਚ ਇਹ ਮਹਿਸੂਸ ਹੁੰਦਾ ਕਿ ਗੁਰਬਾਣੀ ਜੋ ਕਿ ਸਾਨੂੰ ਹਰ ਪੈਰ ਤੇ ਸਾਨੂੰ ਗਾਈਡ ਕਰ ਰਹੀ ਆ, ਉੱਥੋਂ ਜਦੋਂ ਆਪਾਂ ਗਾਈਡੈਂਸ ਲੈਂਦੇ ਆ ਤੇ ਸਾਡੇ ਸਾਹਮਣੇ ਬਹੁਤ ਸਾਰੀਆਂ ਪੰਕਤੀਆਂ, ਬਹੁਤ ਸਾਰੇ ਸ਼ਬਦ ਅਜਿਹੇ ਆਉਂਦੇ ਨੇ। ਤੇ ਮੈਂ ਭਗਤ ਰਵਿਦਾਸ ਜੀ ਦੇ ਸ਼ਬਦ ਤੋਂ ਸ਼ੁਰੂ ਕਰ ਰਿਹਾ ਕਿ ਭਗਤ ਰਵਿਦਾਸ ਜੀ ਇੱਕ ਸ਼ਹਿਰ ਦੇ ਬਾਰੇ ਗੱਲ ਕਰ ਰਹੇ ਨੇ। ਉਹ ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਦੋ ਨਹੀਂ ਤੇ ਠਾਉ। ਇਹਨੂੰ ਸਪਿਰਿਚੁਅਲ ਸਾਈਡ ਤੇ ਪ੍ਰਿੰਸੀਪਲ ਸਾਹਿਬ ਸਿੰਘ ਜੀ ਲੈ ਰਹੇ ਨੇ, ਲੇਕਿਨ ਸੋਸ਼ਲ ਰਿਫਾਰਮਰਸ ਇਹਨੂੰ ਲੈ ਰਹੇ ਨੇ ਕਿ ਭਗਤ ਜੀ ਇੱਕ ਅਜਿਹੀ ਸਟੇਟ ਦਾ ਹਿਸਾਬ ਲਾ ਰਹੇ ਨੇ ਵੀ ਇਹੋ ਜਿਹਾ ਕੋਈ ਮੁਲਕ ਹੋਵੇ ਜਿਹਦੇ ਵਿੱਚ ਕਿਸੇ ਨੂੰ ਦੁੱਖ ਤਕਲੀਫ ਨਾ ਹੋਵੇ। ਉਹਦੇ ਵਿੱਚ ਕੋਈ ਦੋਮ ਤੇ ਸੇਮ ਦੂਜੇ ਤੇ ਤੀਜੇ ਦਰਜੇ ਦਾ ਸ਼ਹਿਰੀ ਨਾ ਹੋਵੇ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਇਸ ਸ਼ਹਿਰ ਵਾਸਤੇ ਕਹਿ ਰਹੇ ਨੇ ਕਿ ਇਹ ਸ਼ਹਿਰ ਉਸ ਤਰ੍ਹਾਂ ਹੀ ਨਹੀਂ ਮਿਲ ਜਾਣਾ, ਇਹਦੇ ਵਾਸਤੇ ਕੋਈ ਜੱਦੋ-ਜਹਿਦ ਕਰਨ ਦੀ ਲੋੜ ਆ, ਕੋਈ ਪਿਆਰ ਦੇ ਨਾਲ ਇਹਦੇ ਵਧਣ ਦੀ ਲੋੜ ਆ। ਤੇ ਉਹਨਾਂ ਦੀਆਂ ਪੰਕਤੀਆਂ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਫਿਰ ਤਰ ਤਲੀ ਗਲੀ ਮੇਰੀ ਆਓ। ਜੇ ਤੁਹਾਨੂੰ ਬੜੀ ਪ੍ਰੇਮ ਦੀ ਖੇਡ, ਆਜ਼ਾਦੀ ਦੀ ਖੇਡ ਖੇਡਣ ਦਾ ਚਾਅ ਉੱਠਿਆ ਵਾ, ਪਰ ਦਿਲ 'ਚ ਆਇਆ ਵੀ ਅਸੀਂ ਆਜ਼ਾਦ ਹੋ ਕੇ ਰਹਿਣਾ, ਤੇ ਫਿਰ ਤੁਹਾਨੂੰ ਹਰ ਵਕਤ ਆਪਣਾ ਸਿਰ ਜਿਹੜਾ ਤਲੀ ਤੇ ਰੱਖ ਕੇ ਤੁਰਨਾ ਪਵੇਗਾ। ਇਹਨੂੰ ਜਦੋਂ ਆਪਾਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਜ਼ਿੰਦਗੀ ਦੇ ਵਿੱਚੋਂ ਵੇਖਦੇ ਹਾਂ, ਬਾਬਰ ਦੇ ਸਾਹਮਣੇ ਕੋਈ ਨਹੀਂ ਸੀ ਖਲੋਤਾ, ਲੇਕਿਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਖੜੇ ਹੋ ਗਏ ਸਨ ਕਿ ਹਿੰਦੁਸਤਾਨੀਆਂ ਦੇ ਤੇ ਤੂੰ ਬਹੁਤ ਜ਼ੁਲਮ ਕੀਤਾ ਵਾ। ਹਿਸਟੋਰੀਕਲੀ ਆਪਾਂ ਨੂੰ ਇਸ ਤਰ੍ਹਾਂ ਇਹ ਮਿਲ ਗਿਆ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਆਜ਼ਾਦੀ ਗਵਾਚਦੀ ਕਿਸ ਤਰ੍ਹਾਂ ਇਹਦੇ ਬਾਰੇ ਵੀ ਖੁੱਲ ਕੇ ਦੱਸਦੇ ਨੇ ਸਾਨੂੰ। ਉਹ ਦੋ ਰੀਜ਼ਨ ਜਿਹੜੇ ਵੱਡੇ ਰੀਜ਼ਨ ਉਹਨਾਂ ਸਾਹਮਣੇ ਸਾਡੇ ਸਾਹਮਣੇ ਲਿਆਂਦੇ ਨੇ, ਉਹ ਇਹ ਕਿ ਜਦੋਂ ਅਸੀਂ ਜ਼ਿੰਮੇਵਾਰੀਆਂ ਨਹੀਂ ਸਮਝਦੇ ਕਿ ਸਾਡੀ ਜ਼ਿੰਮੇਵਾਰੀ ਕੀ ਆ, ਅਸੀਂ ਐਸ਼ੋ ਇਸ਼ਰਤ ਵਿੱਚ ਪੈ ਜਾਂਦੇ ਹਾਂ, ਉਸ ਵੇਲੇ ਆਜ਼ਾਦੀ ਨਹੀਂ ਰਹਿ ਸਕਦੀ। ਇਹ ਚੀਜ਼ ਸਾਨੂੰ ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਦੂਰ, ਉਸ ਸ਼ਬਦ ਦੇ ਪੰਨੇ ਬੰਦ ਵਿੱਚ ਮਿਲ ਜਾਂਦਾ ਕਿ ਜੇ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਦਾਏ। ਜੇ ਆਪਾਂ ਪਹਿਲੋਂ ਐਡਵਾਂਸ ਵਿੱਚ ਇਹ ਸੋਚ ਲਈਏ ਵੀ ਇਹਦੇ ਨਤੀਜੇ ਬੁਰੇ ਨਿਕਲਣੇ ਨੇ ਤੇ ਫਿਰ ਸਾਨੂੰ ਸਦਾ ਨਹੀਂ ਮਿਲਦੀ। ਸ਼ਾਹ ਸੁਰਤ ਗਵਾਈਆਂ ਰੰਗ ਤਮਾਸ਼ੇ ਚ ਆਏ। ਜਿਹੜੇ ਸ਼ਾਹ ਨੇ, ਬਾਦਸ਼ਾਹ ਨੇ, ਹੁਕਮਰਾਨਾਂ ਨੇ ਪਬਲਿਕ ਦੀ ਸਾਰ ਲੈਣੀ ਸੀ, ਉਹ ਆਪਣੇ ਐਸ਼ੋ ਇਸ਼ਰਤ ਵਿੱਚ ਆਪਣੀ ਸੁਰਤੀ ਜੋੜ ਕੇ ਬੈਠੇ ਸਨ।
नतीजा की होया, बाबर वाणी फिर गई, बाबर ने हमला किया, सारे बने हाहाकार मच गई, कोई ना रोटी खाए। आम आदमी ने की, ਜਿਹੜੇ ਰਾਜਕੁਮਾਰ ਸਨ, ਜਿਹੜੇ ਸ਼ਹਿਜ਼ਾਦੇ ਸਨ, ਉਹਨਾਂ ਨੂੰ ਪ੍ਰਸ਼ਾਦਾ ਨਹੀਂ ਸੀ ਮਿਲ ਰਿਹਾ। ਇੱਕ ਰੀਜ਼ਨ ਉਹ ਇਹ ਲੈਂਦੇ ਨੇ ਇਸ ਤਰੀਕੇ ਨਾਲ ਜਿਹੜੀ ਆਜ਼ਾਦੀ ਗਵਾਈ ਦੀ ਹੈ। ਦੂਜਾ ਰੀਜ਼ਨ ਉਹ ਇਹ ਦੇ ਰਹੇ ਨੇ ਕਿ ਜਦੋਂ ਸਾਡੇ ਦੋਗਲਾਪਨ ਆ ਜਾਂਦਾ, ਅਸੀਂ ਉੱਪਰੋਂ ਕੁਝ ਦਿਖਣ ਦੀ ਕੋਸ਼ਿਸ਼ ਕਰਦੇ ਹਾਂ, ਅੰਦਰੋਂ ਅਸੀਂ ਕੁਝ ਹੁੰਦੇ ਹਾਂ। ਉਹਦੇ ਵਿੱਚ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਮੁਸਲਮਾਨਾਂ ਹਾਕਮਾਂ ਦੇ ਬਾਰੇ ਲੈ ਰਹੇ ਨੇ, ਮਾਣ ਸਿਖਾਣੇ ਕਰੇ ਨਵਾਜ਼। ਇੱਕ ਬੰਨੇ ਤੇ ਉਹ ਪਬਲਿਕ ਦਾ ਲਹੂ ਪੀਂਦੇ ਨੇ, ਦੂਸਰੇ ਬੰਨੇ ਪੂਰੇ ਨਮਾਜ਼ੀ ਬਣ ਕੇ ਰਹਿੰਦੇ ਨੇ। ਉਹਨਾਂ ਦੇ ਨਾਲ ਨਾਲ ਜਿਹੜੇ ਖੱਤਰੀ ਸੀਗੇ, ਉਹਨਾਂ ਦਾ ਵਤੀਰਾ ਕੀ ਸੀਗਾ, ਛੁਰੀ ਵਗਾਇਨ ਤਿੰਨ ਗਲ ਤਾਗ। ਆਪਣੇ ਸਾਥੀਆਂ ਦੇ ਉੱਤੇ ਉਹ ਛੁਰੀਆਂ ਚਲਾ ਰਹੇ ਸਨ ਤੇ ਗਲ ਵਿੱਚ ਪਰ ਜਨੇਊ ਪਾ ਕੇ ਰੱਖਦੇ ਸਨ। ਜਿਹੜਾ ਬ੍ਰਾਹਮਣ ਸੀਗਾ, ਜਿਹੜਾ ਇੱਕ ਐਡਵਾਈਜ਼ਰ ਸੀਗਾ, ਜਿਹਨੂੰ ਰਾਜਗੁਰੂ ਕਿਹਾ ਜਾਂਦਾ ਸੀਗਾ, ਉਹ ਕੀ ਕਰ ਰਿਹਾ ਸੀ, ਤਿੰਨ ਘਰ ਬ੍ਰਾਹਮਣ ਪੂਰੇ ਨਾਲ ਉਹਨੇ ਕਰ ਰਿਹਾ ਕਿ ਸੰਖ ਵਜਾ ਕੇ ਆਪਣੀ ਮਜ਼ਦੂਰੀ ਲੈ ਰਿਹਾ ਸੀਗਾ। ਇਹ ਦੋਗਲਾਪਨ ਜਿਹੜਾ ਇਹ ਨੰਬਰ 2 ਨੇ ਜਿਹੜੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਲੈਂਦੇ ਨੇ ਕਿ ਜਿੱਥੋਂ ਤੁਹਾਡੀ ਤਾਂ ਆਜ਼ਾਦੀ ਗਵਾਚ ਜਾਂਦੀ ਆ। ਤੇ ਇਹ ਮੇਰਾ ਦੂਸਰਾ ਪੁਆਇੰਟ ਸੀਗਾ। ਤੀਸਰਾ ਪੁਆਇੰਟ ਆ, ਆਜ਼ਾਦੀ ਨੂੰ ਗੁਰਸਿੱਖਾਂ ਨੇ, ਗੁਰਬਾਣੀ ਨੇ, ਗੁਰੂ ਸਾਹਿਬਾਨ ਨੇ ਕੀ ਕੁਝ ਦਿੱਤਾ। ਜਦੋਂ ਆਪਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਲਾਈਫ ਨੂੰ ਵਿਚਾਰਦੇ ਹਾਂ, ਪੜ੍ਹਦੇ ਹਾਂ, ਤੇ ਉਹਦੇ ਵਿੱਚ ਇੱਕ ਬੜੀ ਵੱਡੀ ਚੀਜ਼ ਆਉਂਦੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਛੋੜ ਕਰਕੇ ਦਰਸਾਇਆ ਜਾਂਦਾ, ਪਰ ਉਹਨਾਂ ਤੋਂ ਵੱਡੇ ਬੰਦੀ ਛੋੜ ਗੁਰੂ ਨਾਨਕ ਦੇਵ ਜੀ ਸਨ, ਜਿਨ੍ਹਾਂ ਨੇ ਬਾਬਰ ਦੀ ਜੇਲ੍ਹ ਵਿੱਚੋਂ ਸਾਰੇ ਸਾਡੇ ਹਿੰਦੁਸਤਾਨੀ ਭੈਣਾਂ ਨੂੰ, ਵੀਰਾਂ ਨੂੰ, ਬੰਦਿਆਂ ਨੂੰ, ਬੀਬੀਆਂ ਨੂੰ ਉਹਨੇ ਛਡਾਇਆ ਸੀਗਾ। ਇਹ ਇੱਥੇ ਗੱਲ ਮੁੱਕ ਨਹੀਂ ਗਈ ਗੁਰੂਆਂ ਤੱਕ, ਇਹ ਚੀਜ਼ ਸਾਡੇ ਚ ਕੰਟੀਨਿਊ ਕੀਤੀ, ਚੱਲਦੀ ਰਹੀ। ਜਦੋਂ ਅਹਿਮਦ ਸ਼ਾਹ ਅਬਦਾਲੀ ਆਇਆ, ਉਸ ਵੇਲੇ ਸਿੱਖ ਜਰਨੈਲਾਂ ਨੇ ਇਸ ਚੀਜ਼ ਨੂੰ ਆਪਣੇ ਹੱਥ 'ਚ ਲਿਆ ਕਿ ਅਸੀਂ ਹਿੰਦੁਸਤਾਨ ਦੀ ਜਿਹੜੀ ਇੱਜ਼ਤ ਆ, ਬਹੁ ਬੇਟੀਆਂ, ਇਹਨਾਂ ਨੂੰ ਅਬਦਾਲੀ ਨੂੰ ਲਿਜਾ ਕੇ ਟਕੇ ਵਾਸਤੇ ਵੇਚਣ ਨਹੀਂ ਦਿਆਂਗੇ। ਉਹਨਾਂ ਨੂੰ ਫਿਰ ਛਡਵਾਇਆ ਗਿਆ। ਇਹ ਤੁਸੀਂ ਸਾਡੀ ਪੁਰਾਤਨ ਹਿਸਟਰੀ। ਜਦੋਂ ਹੁਣ ਆਪਾਂ ਅੱਜ ਦੀ ਆਜ਼ਾਦੀ ਦੇ ਬਾਰੇ ਆਪਾਂ ਗੱਲ ਕਰਦੇ ਹਾਂ, ਉਹਦੇ ਵਿੱਚ ਕੀ ਹੈ ਕਿ ਫਾਂਸੀਆਂ ਤੇ ਕਿੰਨੇ ਲੋਕ ਚੜੇ, ਜਿਨ੍ਹਾਂ ਨੂੰ 2% ਕਹਿ ਕੇ ਨੌਕਰੀਆਂ ਵਿੱਚ ਪਿੱਛੇ ਰੱਖਿਆ ਜਾਂਦਾ, ਹਰ ਕੰਮ 'ਚ ਪਿੱਛੇ ਰਹਿੰਦੀ ਹੈ। 2% ਨੇ, 98% ਜਿਹੜੇ ਨੇ ਦੂਸਰੇ ਨੇ, ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ, ਪਹਿਲ ਦਿੱਤੀ ਜਾਂਦੀ ਆ। ਫਾਂਸੀਆਂ ਚੜ੍ਹਨ ਵਾਲਿਆਂ ਵਿੱਚੋਂ 77% ਇਹ 2% ਵਾਲੇ ਸੀ। 121 ਵਿੱਚੋਂ 93 ਜਿਹੜੇ ਸੀ ਗੁਰਸਿੱਖ, ਗੁਰੂ ਦੇ ਲਾਲ, ਫਾਂਸੀਆਂ ਨੂੰ ਨਾ ਚੁੰਮਿਆ। ਉਹਦੇ ਬਾਅਦ ਜਿਹੜੀ ਸੀਗੀ ਅੰਡੇਮਾਨ ਨਿਕੋਬਾਰ, ਕਾਲੇ ਪਾਣੀ ਦੀ ਜਦੋਂ ਸਜ਼ਾ ਹੁੰਦੀ ਸੀ, ਉਮਰ ਕੈਦ ਜਿਹਨੂੰ ਉਦੋਂ ਕਿਹਾ ਜਾਂਦਾ ਸੀਗਾ, ਉਹਦੇ ਵਿੱਚ ਆਪਣੀ ਪਰਸੈਂਟੇਜ 77 ਤੋਂ ਵੀ ਤਾਂ ਚੱਲ ਜਾਂਦੀ, ਉਹ 80% ਆ। 2664 ਵਿੱਚੋਂ 2147 ਗੁਰੂ ਦੇ ਲਾਲ ਸੀ ਜਿਹੜੇ ਉੱਥੇ ਕਾਲੇ ਪਾਣੀ ਵਿੱਚ ਜੇਲ੍ਹ 'ਚ ਗਏ। ਆਈ ਇਹਨਾਂ ਦੀ ਫੌਜ ਨੇ ਖੜੀ ਕਰਨ ਦਾ ਸੁਭਾਸ਼ ਚੰਦਰ ਦਾ ਜਦੋਂ ਖਿਆਲ ਆਇਆ, ਇਹਦੇ ਵਿੱਚ ਜਦੋਂ ਸਿੱਖਾਂ ਦਾ ਹਿੱਸਾ ਪਿਆ, ਉਹ ਕੀ ਹੈ, ਟੋਟਲ ਜਿਹੜੀ ਆਰਮੀ ਸੀ ਇਹਨਾਂ ਦੀ 42,000 ਸੀ ਤੇ 20,000 ਉਹਦੇ ਸਿੱਖ ਸੀਗੇ। ਨਹੀਂ, ਮੈਂ ਸੁਣਦਾ ਪਿਆ, ਬਹੁਤ ਟਾਕ ਆ ਰਹੀ ਹੈ। ਠੀਕ ਹੈ ਜੀ, ਹਾਂਜੀ ਹਾਂਜੀ, ਚਲੋ ਜੀ, ਕੀਪ ਔਨ। ਆਪਾਂ ਇਸ ਤਰ੍ਹਾਂ ਕਰਦੇ ਹਾਂ। ਸਲਾਮ ਮੌਲਕ ਸਿੰਘ ਜੀ, ਆਪਣੇ ਕੋਲੇ, ਤੁਹਾਡੇ ਕੋਲੇ ਲਾਗੇ 8-9 ਮਿੰਟ। ਆਪਾਂ ਇਸ ਤਰ੍ਹਾਂ ਕਰਦੇ ਹਾਂ, ਵੀ ਵਿਲ ਕਮ ਬੈਕ ਅਗੇਨ। ਤੁਹਾਡੇ ਅਗਲਾ ਜਿਹੜਾ ਤੁਹਾਡਾ ਪੋਰਸ਼ਨ ਕੁਛ ਰਹਿ ਗਿਆ ਹੋਰ ਤੁਸੀਂ ਕਵਰੇਜ ਦਾ, ਉਹ ਆਪਾਂ ਅਗਲੀ ਵੇਰ ਤੋਂ ਪੁੱਛ ਲਾਂਗੇ ਫਿਰ, ਹੈ ਜੀ, ਜਿਹੜਾ ਤੁਸੀਂ ਆਪਦਾ ਹਿੱਸਾ ਪਾਉਣਾ। if you give me only 1 minute more, I will finish it. ਅੱਛਾ, ਠੀਕ ਹੈ ਜੀ, ਠੀਕ ਹੈ, ਚਲੋ ਫਿਨਿਸ਼ ਕਰ ਦਿਓ। ਠੀਕ ਹੈ ਜੀ। ਜਲਿਆਂਵਾਲੇ ਬਾਗ ਦੇ ਚੋਂ ਸਾਡਾ 60% ਸਾਨੂੰ ਮਿਲਿਆ ਕਿ ਇਹਦੇ ਜਵਾਬ ਵਿੱਚ 1948 ਵਿੱਚ ਅਸੀਂ ਕ੍ਰਿਮੀਨਲ ਟ੍ਰਾਈਬ ਬਣ ਗਏ। 1966 ਵਿੱਚ ਜਿਹੜੀ ਲਿੰਗੁਇਸਟਿਕ ਬੇਸ ਦੇ ਉੱਤੇ ਸਟੇਟਸ ਬਣੀ ਸੀ, ਉਹ ਮਹਾਂ ਪੰਜਾਬ ਵਿੱਚੋਂ ਦੀ ਥਾਂ ਪੰਜਾਬੀ ਸੂਬੀ ਬਣ ਗਈ। 58,000 ਲੋਕ ਉਹ 'ਚ ਕੈਦ ਹੋਏ। 1978 ਵਿੱਚ ਜਿਹੜਾ ਸੀ ਨਿਰੰਕਾਰੀ ਕਾਂਡ ਕਰਕੇ ਫਿਰ ਉਹ ਚੀਜ਼ ਖੜੀ ਕੀਤੀ ਗਈ।
1984 ਵਿੱਚ ਫਿਰ ਸਾਡੇ ਤੇ ਉਸ ਤਰ੍ਹਾਂ ਹੋਇਆ। ਨਵੰਬਰ ਵਿੱਚ ਜੋ ਕੁਝ ਹੋਇਆ ਉਹ ਸਾਡੇ ਸਾਹਮਣੇ ਹੈ। ਹੁਣ ਅਸੀਂ ਕਰਨਾ ਕੀ ਆ? ਵੀ ਸ਼ੁਡ ਬੀ ਵਰਕਿੰਗ ਲਾਈਕ ਜੂਇਸ਼ ਪੀਪਲ। ਸਾਡਾ ਸਾਰਿਆਂ ਦਾ, ਭਾਵੇਂ ਸਾਡੇ ਜ਼ੂਮ ਦੇ ਉੱਤੇ ਇੰਨੇ ਮੈਂਬਰ ਬਹੁਤ ਜ਼ਿਆਦਾ ਨਹੀਂ, ਲੇਕਿਨ ਇਹ ਆਪਾਂ ਮੈਸੇਜ ਦੇ ਦਈਏ ਕਿ ਸਾਡਾ ਕੋਈ ਵੀ ਬੱਚਾ ਮਾਸਟਰਸ ਡਿਗਰੀ ਤੋਂ ਥੱਲੇ ਨਹੀਂ ਰਹੇਗਾ, ਆਪਣੇ ਪ੍ਰੋਫੈਸ਼ਨ ਵਿੱਚ ਟੌਪ ਤੇ ਜਾਏਗਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਥੈਂਕ ਯੂ ਜੀ ਫॉर योर ਪਰਸਪੈਕਟਿਵ। ਕੁਆਇਟ ਜਿਹੜੇ ਹਿਸਟੋਰੀਕਲ ਫੈਕਟਸ ਨੇ ਉਹਨਾਂ ਨੂੰ ਲੈ ਕੇ ਜਿਹੜਾ ਤੁਸੀਂ ਆਪਦਾ ਪੱਖ ਪੇਸ਼ ਕੀਤਾ। ਹਾਂਜੀ, ਗਿਆਨੀ ਸੁੱਚਾ ਸਿੰਘ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ। ਤੁਸੀਂ ਆਪਣੇ ਵਿਚਾਰ ਦੱਸੋਗੇ 6-7-8 ਮਿੰਟਾਂ ਦੇ ਲਈ। ਹਾਂਜੀ ਹਾਂਜੀ ਸਰ। ਸੋ ਐਕਚੁਅਲੀ ਅਸੀਂ ਗੱਲ ਕਰ ਰਹੇ ਸੀ ਜੀ ਸਲੇਵਰੀ ਦੀ, ਨਾਲ ਹੀ ਨਾਲ ਆਜ਼ਾਦੀ ਦੀ। ਆਜ਼ਾਦੀ ਦੇ ਨਾਲ ਸਲੇਵਰੀ ਪਹਿਲਾਂ ਆਉਂਦੀ ਹੈ, ਗੁਲਾਮੀ ਜਿਹਨੂੰ ਕਹਿੰਦੇ, ਠੀਕ ਹੈ ਜੀ। ਸੋ ਆਜ਼ਾਦੀ ਨੂੰ ਸਮਝਣ ਦੇ ਵਾਸਤੇ ਉਹਦਾ ਜਿਹੜਾ ਆਪੋਜ਼ਿਟ ਚੀਜ਼ ਹੈ ਉਹਨੂੰ ਵੀ ਜੇਕਰ ਸਮਝ ਲਈਏ ਤੇ ਆਪਣੇ ਆਪ ਹੀ ਬਹੁਤ ਕੁਝ ਸਮਝ ਲੱਗ ਜਾਂਦਾ ਹੁੰਦਾ ਹੈ। ਪਿਛਲੇ ਹਫ਼ਤੇ ਵੀ ਮੈਂ ਇਹ ਬੇਨਤੀ ਕੀਤੀ ਸੀ ਕਿ ਜੇਕਰ ਸਾਨੂੰ ਪਹਿਲਾਂ ਇਹ ਤੇ ਪਤਾ ਹੋਵੇ ਕਿ ਫਿਰ ਅਸੀਂ ਮਤਲਬ ਗੁਲਾਮ ਕਿਸ ਤਰ੍ਹਾਂ ਸੀਗੇ, ਤੋ ਗੁਲਾਮੀ ਦੀਆਂ 2-4 ਜਿਹੜੀਆਂ ਐਗਜ਼ਾਮਪਲਸ ਹੁੰਦੀਆਂ ਜੀ। ਸਲੇਵਰੀ ਜਿਹਨੂੰ ਕਹਿੰਦੇ, ਇੰਗਲਿਸ਼ ਉਹਨੂੰ ਕਹਿੰਦੇ ਜੀ the state of a person who is held in forced servitude, ਜਿਹੜਾ ਫੋਰਸਫੁਲੀ ਧੱਕੇ ਦੇ ਨਾਲ ਜਿਹਨੂੰ ਆਪਣੀ ਸੇਵਕੀ ਦੇ ਵਿੱਚ ਲਾਇਆ ਹੋਇਆ, ਉਹਨੂੰ ਆਮ ਤੌਰ ਤੇ ਸਲੇਵਰੀ ਕਹਿੰਦੇ। ਇਸ ਤਰ੍ਹਾਂ ਡਿਫਾਈਨ ਕਰਦੇ ਸਲੇਵਰੀ। ਤੇ ਉਸ ਤੋਂ ਬਾਅਦ ਇਹ ਜਿਹੜੀ ਗੁਲਾਮੀ ਜਾਂ ਸਲੇਵਰੀ, ਉਹਨੂੰ 4 ਕੈਟੇਗਰੀਜ਼ ਦੇ ਵਿੱਚ ਇਹ ਜਿਹੜੇ ਵੰਡਦਾ, ਜਿਹੜਾ ਸੋਸਾਇਟੀ ਜਿਹੜੀ ਵੰਡਦੀ ਹੈ, ਚਾਹੇ ਵੈਸਟਰਨ ਹੋਵੇ ਚਾਹੇ ਇੰਡੀਅਨ ਸੋਸਾਇਟੀ ਹੋਵੇ। ਸੋ ਇੱਕ ਜਿਹੜੀ ਹੁੰਦੀ ਚੈਟਲ ਸਲੇਵਰੀ, ਉਹਦੇ ਵਿੱਚ ਜਿਹੜਾ ਪਰਸਨ ਨੂੰ ਆਪਣੀ ਜਾਗੀਰ ਸਮਝ ਕੇ ਵਰਤਿਆ ਜਾਣਾ ਆਪਣੇ ਮਤਲਬ ਦੇ ਅਨੁਸਾਰ। ਉਸ ਤੋਂ ਬਾਅਦ ਇੱਕ ਵਾਈਟ ਸਲੇਵਰੀ ਉਹਨੂੰ ਕਹਿੰਦੇ ਹੈ, ਉਹ ਦੀ ਐਨਫੋਰਸਡ ਪ੍ਰੋਸਟੀਟਿਊਸ਼ਨ, ਧੱਕੇ ਦੇ ਨਾਲ ਕਿਸੇ ਤੋਂ ਜਿਹੜਾ ਪ੍ਰੋਸਟੀਟਿਊਸ਼ਨ ਦਾ ਕੰਮ ਕਰਾਇਆ ਜਾਣਾ, ਠੀਕ ਹੈ ਜੀ। ਇਹ ਸਿਰਫ ਲੜਕੀਆਂ ਦੇ ਵਾਸਤੇ ਹੁੰਦੀ ਹੈ, ਲੇਕਿਨ ਇੰਡੀਆ ਦੇ ਵਿੱਚ ਇਹ ਬੰਦਿਆਂ ਦੇ ਨਾਲ ਵੀ ਹੁੰਦੀ ਹੈ, ਠੀਕ ਹੈ ਜੀ। ਛੋਟੇ ਬੱਚਿਆਂ ਦੇ ਨਾਲ, ਮੇਲ ਬੱਚਿਆਂ ਦੇ ਨਾਲ ਵੀ ਹੁੰਦੀ ਹੈ। ਆਲਰਾਈਟ। ਸੋ ਉਸ ਤੋਂ ਬਾਅਦ ਹੁੰਦੀ ਵੇਜ ਸਲੇਵਰੀ, ਤਨਖਾਹ ਜਿਹੜੀ ਬਗਾਰ ਮਿਲਦੀ ਕਿਸੇ ਕੰਮ ਦੀ, ਤੋਂ ਉਹ 'ਚ ਅੰਡਰ ਪੇਮੈਂਟ ਕਰਨਾ, ਠੀਕ ਹੈ ਜੀ। ਉਹ ਦਿਹਾੜੀ 50 ਰੁਪਏ ਹੈ ਤੇ ਉਹ ਤੋਂ 5 ਰੁਪਈਆਂ ਦੇ ਵਿੱਚ ਸਾਰਾ ਦਿਨ ਕੰਮ ਕਰਵਾਈ ਜਾਣਾ। ਔਰ ਇਹ ਜਿਹੜਾ ਇਸ ਤਰ੍ਹਾਂ ਹੁੰਦੀ ਸਲੇਵਰੀ ਜਿਹੜੀ ਹੈ, ਇਹ ਜਿਹੜੀ ਨਾ ਵੇਜ ਸਲੇਵਰੀ ਹੈ, ਇਹ ਮੈਂ ਆਪ ਵੀ ਦੇਖੀ ਹੋਈ ਹੈ। ਸਿੱਖ ਕਰ ਰਹੇ ਆ ਦੂਸਰਿਆਂ ਦੇ ਉੱਤੇ ਇਹ ਜਿਹੜੀ ਵੇਜ ਸਲੇਵਰੀ। ਮੱਧ ਪ੍ਰਦੇਸ਼ ਦੇ ਵਿੱਚ ਮੈਂ ਦੇਖੀ ਹੋਈ ਹੈ, ਸਿਰਫ 50 ਪੈਸੇ, ਇੱਕ 50 ਸੈਂਟਸ ਇੱਕ ਜਿਹੜਾ ਕੋਇਨ ਹੈ, ਉਹ ਦੇਣਾ ਉਹ ਬੰਦੇ ਨੂੰ। ਹੁਣ ਸਾਰਾ ਦਿਨ ਉਹਨਾਂ ਦੇ ਵਾਸਤੇ ਜੰਗਲ ਦੇ ਵਿੱਚੋਂ ਲੱਕੜਾਂ ਇਕੱਠੀਆਂ ਕਰੀ ਜਾਣੀਆਂ। ਹੁਣ ਕੰਮ ਵੀ ਵਿਚਾਰਾ ਗਰੀਬ ਤੇ ਬਿਲਕੁਲ ਰਿਹਾ ਹੋਇਆ, ਸਰੀਰ ਵੱਲੋਂ ਨੰਗੇ ਪੈਰੀ ਤੁਰਿਆ ਹੋਇਆ, ਤੇ ਉਹ ਫਿਰ ਇੰਨੀ ਕੁ ਬੜੀ ਭਰੀ ਜੇ ਕਿ ਨਾ ਲੱਕੜੀਆਂ ਦੀ ਲੈ ਆਉਂਦਾ ਬਾਲਣ ਦੀ ਸ਼ਾਮ ਤੱਕ, ਤੇ ਉਹਨੂੰ ਫਿਰ ਸ਼ਾਮ ਨੂੰ ਉਹ 50 ਪੈਸੇ ਦੇ ਕੇ ਤੋਰ ਦਿੰਦੇ ਆ, ਜਾਂ ਕੋਈ ਵੱਧ ਤੋਂ ਵੱਧ ਇੱਕ ਟਾਈਮ ਦੀ ਰੋਟੀ ਖਵਾ ਕੇ ਤੋਰ ਦਿੰਦਾ। ਤੋ ਇਹ ਸਿੱਖ ਕਰਦੇ ਦੇਖੇ ਆ ਮੈਂ ਆਪ ਜੀ ਮੱਧ ਪ੍ਰਦੇਸ਼ ਦੇ ਵਿੱਚ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੁਣ ਜੀ ਜਿਹੜੀ ਡੈਟ ਸਲੇਵਰੀ, ਸੋ ਉਹਦੇ ਵਿੱਚ ਕਿਸੇ ਨੂੰ ਕਰਜ਼ੇ ਦੇ ਥੱਲੇ ਹਮੇਸ਼ਾ ਦਵਾਈ ਰੱਖਣਾ। ਔਰ ਇਹ ਹਿੰਦੁਸਤਾਨ ਦੇ ਵਿੱਚ ਪਹਿਲਾਂ ਤੋਂ ਪ੍ਰੈਕਟਿਸ ਰਹੀ ਹੈ, ਔਰ ਹਾਲ ਹੀ ਵੀ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਕਈ ਜਗ੍ਹਾ ਤੇ ਹਿੰਦੁਸਤਾਨ ਦੇ ਵਿੱਚ ਅੱਜ ਵੀ ਇਹ ਚੱਲਦੀ ਹੈ, ਠੀਕ ਹੈ ਜੀ। ਤੋ ਜੇਕਰ ਇਸ ਤਰ੍ਹਾਂ ਦੀ ਜਿਹੜੀ ਦੂਸਰੀ ਜਿਹੜੀ ਹੁਣ 2 ਮਿੰਟ ਪਹਿਲਾਂ ਜਿਹੜੀ ਡਾਕਟਰ ਪ੍ਰਿਆਨ ਸਿੰਘ ਜੀ ਗੱਲ ਕਰ ਰਹੇ ਸੀਗੇ, ਸੌਰੀ ਅਮੋਲਕ ਸਿੰਘ ਜੀ ਉਹ ਗੱਲ ਕਰ ਰਹੇ ਸੀਗੇ, ਤਾਂ ਉਹ ਜੀ ਸਾਰਾ ਸਪਿਰਿਚੁਅਲ ਪੱਖ ਅਸੀਂ ਲੈ ਰਹੇ ਹਾਂ। ਜਿਹੜਾ ਅਸੀਂ ਹਿੰਦੁਸਤਾਨ ਦੀ ਇੰਡੀਪੈਂਡੈਂਸ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਤੇ ਸਾਰਾ ਦੂਸਰਾ ਪੱਖ ਹੈ ਨਾ ਜੀ। ਸੋ ਉਹਨੂੰ ਵਿਚਾਰਨ ਦੀ ਵੀ ਜ਼ਿਆਦਾ ਜ਼ਰੂਰਤ ਹੈ। ਆਮ ਨਾਟ ਸੇਇੰਗ ਕਿ ਉਹ ਲੈਸ ਇੰਪੋਰਟੈਂਟ ਹੈਗਾ। ਤਾਂ ਹੁਣ ਜਿਹੜਾ ਇਹ ਹੈਗਾ ਕਿ ਉਸ ਤੋਂ ਬਾਅਦ ਜਿਹੜੀ ਹਿੰਦੁਸਤਾਨ ਦੇ ਵਿੱਚ ਜਿਹੜੀ ਗੁਲਾਮੀ ਰਹੀ ਹੈ, ਜਾਂ ਪਹਿਲਾਂ ਮੁਗਲ ਦੀ ਰਹੀ ਹੈ, ਉਸ ਤੋਂ ਬਾਅਦ ਬ੍ਰਿਟਿਸ਼ ਦੀ ਰਹੀ ਹੈ। ਬ੍ਰਿਟਿਸ਼ ਦੀ ਜਿਹੜੀ ਆਲਮੋਸਟ 90 ਈਅਰ ਜਿਹੜਾ ਅਫੀਸ਼ਲੀ ਰਹੀ ਹੈ, ਤੇ ਉਂਝ ਜਿਹੜੀ ਹੈ ਤਕਰੀਬਨ 180 ਸਾਲ ਰਹੀ ਹੈ, ਠੀਕ ਹੈ ਜੀ। ਦੂਸਰੇ ਕਿਸੇ ਰੂਪ ਦੇ ਵਿੱਚ ਜਿਹੜੀ ਮਤਲਬ ਕਿ ਅਫੀਸ਼ਲੀ ਰਹੀ ਹੈ, ਜਿਹੜਾ ਉਹਨਾਂ ਨੇ ਰੂਲ ਕੀਤਾ, ਉਹ ਸੀਗਾ 90 ਈਅਰ ਦਾ, ਆਲਮੋਸਟ 90 ਈਅਰ ਦਾ ਟਾਈਮ 1858 ਤੋਂ ਲੈ ਕੇ 1947 ਤੱਕ। ਤਾਂ ਹੁਣ ਉਸ ਦੇ ਵਿੱਚ ਜਿਹੜੀ ਗੁਲਾਮੀ ਹੈ, ਤੇ ਉਹ ਤੋਂ ਬਾਅਦ ਫਿਰ ਇੱਕ ਨਾ ਕਿਤਾਬ ਕੋਈ ਆਈ ਸੀ ਕਿਸੇ ਦੀ ਲਿਖੀ ਹੋਈ, ਉਹਦੇ ਵਿੱਚ ਉਹਨੇ ਕਈ ਚੀਜ਼ਾਂ ਦੱਸੀਆਂ ਇਹ ਕਿ ਜਿਹੜੀ ਹਿੰਦੁਸਤਾਨ ਦੇ ਵਿੱਚ ਜਿਹੜੀ ਗੁਲਾਮੀ ਬ੍ਰਿਟਿਸ਼ ਦੀ ਸੀ, ਬ੍ਰਿਟਿਸ਼ ਰਾਜ ਸੀ ਜਿਹੜਾ, ਉਹਨੇ ਸਾਨੂੰ ਕੀ ਕੁਛ ਦਿੱਤਾ। ਉਹਨੇ ਬੜਾ ਕੁਛ ਲਿਖਿਆ, ਉਹਦੇ ਵਿੱਚ ਬੜਾ ਕੁਛ ਸਾਨੂੰ ਉਹਨੇ ਦਿੱਤਾ, ਲਿਖਿਆ ਹੋਇਆ ਜੀ, ਠੀਕ ਹੈ ਜੀ। ਤੇ ਇੱਕ ਚੀਜ਼ ਕਿ ਮੇਰੀ ਹੁਣ ਉਮਰ 61 ਸਾਲ ਦੀ ਹੈ, ਪਰ ਮੈਂ ਜਦੋਂ ਬੱਚਾ ਸੀ ਨਾ ਜੀ 5-6 ਸਾਲ 8 ਸਾਲ ਦਾ, ਜਦੋਂ ਪੂਰੀ, ਉਦੋਂ ਜਿਹਨਾਂ ਲੋਕਾਂ ਨੇ ਉਹ ਜਿਹੜਾ ਟਾਈਮ ਦੇਖਿਆ ਹੋਇਆ ਸੀ, ਮੇਰੇ ਦਾਦਾ ਜੀ ਦਾ ਟਾਈਮ,
ਉਹਨਾਂ ਦੀ ਏਜ ਦੇ ਲੋਕ ਮੈਂ ਅਕਸਰ ਕਹਿੰਦੇ ਉਦੋਂ ਸੁਣੇ ਸੀਗੇ ਕਿ ਅੰਗਰੇਜ਼ ਦਾ ਰਾਜ ਹੁਣ ਦੇ ਰਾਜ ਨਾਲੋਂ ਚੰਗਾ ਸੀ। ਇਹ ਗੱਲ ਇਹ ਆਪ ਮੈਂ ਕਈਆਂ ਦੇ ਮੂੰਹੋਂ ਸੁਣੀ ਹੋਈ ਹੈ, ਲੇਕਿਨ ਅਸੀਂ ਲੋਕ ਜਿਹੜੇ ਜੰਮੇ ਸੋ ਕਾਰਡ ਆਜ਼ਾਦ ਭਾਰਤ ਦੇ ਵਿੱਚ ਆ, ਸਾਨੂੰ ਅਸੀਂ ਉਹ ਦੇਖਿਆ ਹੋਇਆ ਨਹੀਂ, ਤੇ ਸਾਨੂੰ ਇਉਂ ਲੱਗਦਾ ਕਿ ਅਸੀਂ ਆਜ਼ਾਦ ਦੇਸ਼ ਦੇ ਵਿੱਚ ਜੰਮੇ ਆ ਤੇ ਇਸ ਕਰਕੇ ਅਸੀਂ ਆਜ਼ਾਦ ਹਾਂ। ਲੇਕਿਨ ਜਿਹੜੀਆਂ ਐਗਜ਼ਾਮਪਲਸ ਤੁਹਾਨੂੰ ਮੈਂ ਗੁਲਾਮੀ ਦੀਆਂ ਦਿੱਤੀਆਂ, ਉਹਨਾਂ ਦੇ ਵਿੱਚ ਤੇ ਅਸੀਂ ਹਾਲੇ ਵੀ ਜਕੜੇ ਹੋਏ ਹਾਂ ਕਈ ਤਰੀਕਿਆਂ ਦੇ ਨਾਲ ਇੰਡੀਆ ਦੇ ਵਿੱਚ। ਠੀਕ ਹੈ ਨਾ ਜੀ। ਹੁਣ ਗੱਲ ਸਿਰਫ ਇਹ ਹੈ ਕਿ ਜੇਕਰ ਇੰਡੀਆ ਜਿਹੜਾ ਇੰਡੀਆ ਤੋਂ ਬ੍ਰਿਟਿਸ਼ ਤੋਂ ਇੰਡੀਆ ਨੂੰ 1947 ਦੇ ਵਿੱਚ ਜਿਹੜੀ ਆਜ਼ਾਦੀ ਮਿਲਦੀ ਹੈ, ਉਸ ਤੋਂ ਬਾਅਦ ਦਾ ਜਿਹੜਾ ਸਮਾਂ ਹੈ ਹੁਣ ਤੱਕ ਦਾ, ਉਹਦੇ ਵਿੱਚ ਅਸੀਂ ਜਿਸ ਤਰ੍ਹਾਂ ਹੁਣ ਇਤਿਹਾਸ ਸੁਣਦੇ ਸੀਗੇ, ਪਹਿਲੇ ਇਨਸੀਡੈਂਟਸ ਕਈ ਆਏ, ਜਲਿਆਂਵਾਲਾ ਬਾਗ ਵੀ ਆ ਗਿਆ, 84 ਦਾ ਵੀ ਆ ਗਿਆ, 78 ਦਾ ਵੀ ਆ ਗਿਆ। ਤੋ ਇੱਕ ਚੀਜ਼ ਸਾਨੂੰ ਸਾਡੇ ਦਿਮਾਗ 'ਚ ਕਿਤੇ ਸਟਕ ਨਹੀਂ ਕਰਦੀ ਕਿ ਯਾਰ ਇਹਦਾ ਮਤਲਬ ਕਿ ਅਸੀਂ ਕਿਸੇ ਵੀ ਇਨਸੀਡੈਂਟ ਤੋਂ ਕੁਝ ਸਿੱਖਿਆ ਤੇ ਹੈ ਹੀ ਨਹੀਂ, ਫਿਰ ਕੰਟੀਨਿਊਸਲੀ ਹੁੰਦਾ ਹੀ ਆਇਆ। That means ਕਿ we cannot even stop in the future। ਇਹ ਤਾਂ ਅਗਾਂਹ ਵੀ ਇਸ ਤਰ੍ਹਾਂ ਹੁੰਦਾ ਹੀ ਰਹਿਣਾ। ਠੀਕ ਹੈ ਜੀ। ਸੋ ਉਸ ਪੱਖ ਤੋਂ ਜਿਹੜਾ ਸਾਨੂੰ ਵਿਚਾਰਨ ਦੀ ਜ਼ਰੂਰਤ ਹੈ, ਤੇ ਉਹ ਬਾਕੀ ਜਿਹੜੀਆਂ ਗੱਲਾਂ ਹੋ ਚੁੱਕੀਆਂ ਜਾਂ ਹੋ ਰਹੀਆਂ ਨੇ ਨਾ ਜੀ ਗੁਲਾਮੀ ਦੀਆਂ, ਜਾਂ ਅਸੀਂ ਕਿਸ ਤਰੀਕੇ ਦੇ ਨਾਲ ਗੁਲਾਮ ਹਾਂ, ਉਹ ਤੇ ਹੈ, ਉਹ ਵੱਖਰੀ ਗੱਲ ਹੈ। ਲੇਕਿਨ ਇਹਦੇ ਵਿੱਚੋਂ ਨਿਕਲਣ ਦਾ ਜਿਹੜਾ ਤਰੀਕਾ, ਜਿਹੜਾ ਹੁਣ ਇਹ ਬਹੁਤ ਅੱਛਾ ਦੱਸਿਆ ਸੀ ਕਿ ਐਜੂਕੇਸ਼ਨ, ਵੀ ਐਟਲੀਸਟ ਜਿਹੜਾ ਮਾਸਟਰ ਦੀ ਡਿਗਰੀ ਹਰ ਕਿਸੇ ਦੇ ਕੋਲ ਬੱਚੇ ਦੇ ਕੋਲ ਹੋਵੇ। ਉਹ ਸਾਡੇ ਕੋਲੋਂ 84 ਤੋਂ ਬਾਅਦ ਵੀ ਨਹੀਂ ਹੋਇਆ, ਬਲਕਿ ਹੋਇਆ ਪੁੱਠਾ ਕਿ ਉਹਨਾਂ ਨੇ ਜਿਹੜੀ ਹਿੰਦੁਸਤਾਨ ਦੀ ਜਿਹੜੀ ਸਿਸਟਮ ਹੈ, ਉਹਦੇ ਵਿੱਚੋਂ ਪੰਜਾਬ ਨੂੰ ਸਭ ਤੋਂ ਜ਼ਿਆਦਾ ਪਛਾੜਿਆ। ਇੱਕ ਵਾਕਿਆ ਮੈਂ ਆਪਣੇ ਨਾਲ ਵਾਕਿਆ ਮਤਲਬ ਮੈਂ ਤਾਂ ਨਹੀਂ ਦੇਖਿਆ, ਮੈਂ ਸੁਣਿਆ ਹੋਇਆ, ਮਾਸਟਰ ਤਾਰਾ ਸਿੰਘ ਦਾ ਟਾਈਮ ਮੈਂ ਤਾਂ ਦੇਖਿਆ ਨਹੀਂ ਕੋਈ ਵੀ। ਠੀਕ ਹੈ ਜੀ। ਮਾਸਟਰ ਤਾਰਾ ਸਿੰਘ ਕਹਿੰਦੇ ਕਿ ਜਿਸ ਵੇਲੇ ਦੇਸ਼ ਆਜ਼ਾਦ ਹੋਇਆ ਤਾਂ ਕਿਸੇ ਕਾਰਨ ਦਿੱਲੀ ਗਿਆ, ਦਿੱਲੀ ਤੋਂ ਪੰਜਾਬ ਆ ਰਹੇ ਸੀ ਗੱਡੀ ਦੇ ਵਿੱਚ, ਤੇ ਉਹਦੇ ਨਾਲ ਇੱਕ ਲਾਲਾ ਜੀ ਬੈਠੇ ਸੀਗੇ, ਤੇ ਉਹਦੇ ਨਾਲ ਗੱਲਾਂ ਕਰਨ ਲੱਗ ਪਏ। ਗੱਲਾਂ ਕਰਦੇ ਕਰਦੇ ਤੇ ਕਹਿੰਦੇ ਕਿ ਜੇ मुसलमानों की मुसलमानी बस 2 साल में निकाल देंगे, 2 साल में। वो ये कहते जी मास्टर जी कहते कि वो किस तरह निकाल दोगे जी? वो कहते कि हम विद्या प्रणाली में ऐसी तरमीम करेंगे कि 2 साल में बस मुसलमानी इनकी निकल जाएगी। ओके जी, अच्छा जी। वो सारे कहते गल्लां सुनते रहे। तो उस तो बाद फिर मास्टर तारा सिंह उन्होंने पुछदे, कहते फिर लाला जी फिर सानू कितना टाइम दिता है? ते अगों दा जवाब सी, कहता आपको क्या टाइम देना, आप तो हैं ही हमारे, आप तो हमारे से निकले हैं, हमारे ही हैं, आपको टाइम देने की क्या जरूरत है? दैट मीन्स कि तुसी तां साडी मुट्ठी दे विच ही हो, तुहानू लोड़ ही नहीं सोचण दी, तुहानू ते असीं बस बन के रखांगे इस तरह। और होया भी साडे नाल इसी तरह ही। तो उन्होंने सानू बुरी तरह जकड़ के रखिया। लेकिन अगेन एक लीडरशिप की कमी, एक परसनल तौर पर जिहड़ा हर एक बंदा जिहड़ा रिस्पॉन्सिबल हुंदा, वो हर एक बंदे ने रिस्पॉन्सिबिलिटी साडे विचों नहीं निभाई। जिहड़े असीं बाहर आए उन्होंने सिर्फ अपने खुश ਜਿਹੜਾ ਆਪਣਾ ਜਿਹੜਾ ਜੀਵਨ ਨੂੰ ਉੱਚਾ ਚੁੱਕਣ ਦੇ ਵਾਸਤੇ ਸਿਰਫ ਪੈਸੇ ਦੇ ਨਾਲ ਤੋਲ ਕੇ ਤੇ ਪੈਸਾ ਹੀ ਕਮਾਉਣਾ ਸਿੱਖਿਆ। ਉਸ ਤੋਂ ਬਾਅਦ ਜਦੋਂ ਅਸੀਂ ਸੇਵਾ ਕਰਨ ਲੱਗੇ ਤਾਂ ਦੇਖੋ ਜੀ ਕਿੱਥੇ ਭੁੱਖੇ ਮਰਦੇ, ਉੱਥੇ ਜਾ ਕੇ ਲੰਗਰ ਲਾ ਦਿਓ। ਦੈਟਸ ਆਲ ਵੀ ਡਿਡ। ਭੁੱਖੇ ਲੰਗਰ ਲਾ ਦਿਓ, ਹੜ ਆਇਆ ਉੱਥੇ ਜਾ ਕੇ ਦਵਾਈਆਂ ਦੇ ਦਿਓ, ਲੰਗਰ ਦੇ ਦਿਓ, ਉਸ ਤੋਂ ਬਾਅਦ ਘਰ ਨੂੰ ਆ ਜਾਓ। ਅੱਛਾ ਜੀ, ਉਹ ਖਾ ਕੇ ਮੂੰਹ ਤੇ ਹੱਥ ਫੇਰ ਕੇ ਗਾਲਾਂ ਕੱਢਦੇ ਸਾਨੂੰ ਚਲੇ ਜਾਂਦੇ ਰਹੇ। ਠੀਕ ਹੈ ਜੀ। ਆਪਣੇ ਦਿੱਲੀ ਦੇ ਵਿੱਚ ਦੇਖ ਲਓ, ਹੁਣ ਤੱਕ ਪਾਰਲੀਮੈਂਟ ਨੂੰ ਜਿਹੜੀ ਗੱਡੀ ਭਰ ਕੇ ਰੋਟੀ ਦੀ ਇੱਥੋਂ ਜਾਂਦੀ ਹੈ ਹਾਲੇ ਤੱਕ ਵੀ। ਇਸੇ ਕਰਕੇ ਉੱਥੇ ਜਿਹੜੀ ਮਾਡਰਨ ਕਿਚਨ ਬਣਾਈ ਗਈ ਹੈ, ਖਾਣਾ ਉਹਨਾਂ ਨੇ। ਠੀਕ ਹੈ ਜੀ। ਸੋ ਹੁਣ ਅਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਸਿੱਖੇ ਕੁਛ ਵੀ ਨਹੀਂ। ਔਰ ਇੱਕ ਚੀਜ਼ ਜਿਹੜੀ ਹੈ ਉਸ ਵੇਲੇ ਦਾ 84 ਉਸ ਤੋਂ ਬਾਅਦ ਦਾ ਜਿਹੜਾ ਨਾ RAW ਜਿਹੜਾ ਰਿਸਰਚ ਐਨਾਲਿਸਿਸ ਵਿੰਗ ਦਾ ਇੰਡੀਅਨ ਸੋਸਾਇਟੀ ਬੰਦਿਆਂ ਦਾ, ਉਹਨਾਂ ਦਾ ਹੈਗਾ ਸੀ ਇੱਕ ਐਡੀਸ਼ਨਲ ਡਾਇਰੈਕਟਰ ਸੀ ਧਾਰ ਕਰਕੇ। ਉਹਨੇ ਇੱਕ ਕਿਤਾਬ ਲਿਖੀ ਹੈ ਤੇ ਉਹਦੇ ਵਿੱਚ ਆ ਜਿਹੜੇ ਇਸ ਵੇਲੇ ਜਿਨ੍ਹਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਕਈਆਂ ਗੁਰਦੁਆਰਿਆਂ ਦੇ ਵਿੱਚ ਸ਼ਹੀਦਾਂ ਦੇ ਨਾਂ ਦੇ ਉੱਤੇ, ਔਰ ਉਹਨਾਂ ਦੇ ਹਰ ਸਾਲ ਉਹਨਾਂ ਦੇ ਨਾਂ ਦੇ ਉੱਤੇ ਜਸ਼ਨ ਮਨਾਏ ਜਾਂਦੇ ਆ, ਬੜੀਆਂ ਬੜੀਆਂ ਅਖੰਡ ਪਾਠ ਰੱਖ ਕੇ ਤੇ ਉਹਨਾਂ ਦੀ ਗੱਲਾਂ ਕੀਤੀਆਂ ਜਾਂਦੀਆਂ। ਉਹਨਾਂ ਦੇ ਉਸ ਕਿਤਾਬ ਦੇ ਵਿੱਚ ਉਹਨੇ ਇਕੱਲੇ ਇਕੱਲੇ ਦੇ ਨਾਂ ਲਿਖ ਕੇ ਦੱਸੇ ਹੋਇਆ ਕਿ ਇਸ ਬੰਦੇ ਨੂੰ ਅਸੀਂ ਇੰਨੀ ਪੇਟੀਆਂ ਦਿੱਤੀਆਂ, ਇਹਨੂੰ ਇੰਨਾ ਖੋਖਾ ਦਿੱਤਾ। ਉਹ ਉਹਨਾਂ ਦੀ ਲੈਂਗੁਏਜ ਹੈਗੀ ਹੈ ਲੱਖ, ਕਰੋੜ ਜਾਂ 10 ਕਰੋੜ, ਇਸ ਤਰ੍ਹਾਂ ਦੀ ਖੋਖਾ ਪੇਟੀ। ਤੇ ਫਿਰ ਵੀ ਕਹਿੰਦਾ ਕਿ ਇਹਨਾਂ ਸਿੱਖਾਂ ਦੀ ਭੁੱਖ ਨਹੀਂ ਮਿਟਦੀ। ਕਹਿੰਦੇ ਆਹ ਤਾਂ ਅਸੀਂ ਦੱਸ ਦਿੱਤਾ, ਤੁਹਾਨੂੰ ਭੇਦ ਦੇ ਦਿੱਤਾ, ਹੋਰ ਸਾਨੂੰ ਦੱਸੋ ਕੀ ਤੁਹਾਨੂੰ ਚਾਹੀਦਾ, ਪੈਸੇ ਕਿੰਨੇ ਦਿਓਗੇ, ਇਸ ਤਰ੍ਹਾਂ ਹੁੰਦਾ। ਤੋ ਇਹ ਜਿਹੜੀ ਗੁਲਾਮੀ ਹੈ ਨਾ ਜੀ ਸਾਡੇ ਅੰਦਰ, ਇਹ ਨਿਕਲੀ ਨਹੀਂ ਹੈ। ਅਸੀਂ ਗੱਲਾਂ ਕਰ ਰਹੇ ਸੀ ਕਿ ਆਜ਼ਾਦੀ ਪਾ ਕੇ ਇੰਡੀਆ ਨੂੰ ਬ੍ਰਿਟਿਸ਼ ਤੋਂ ਮਿਲੀ, ਲੇਕਿਨ ਸਾਡੇ ਅੰਦਰੋਂ ਨਹੀਂ ਜੇਕਰ ਗੁਲਾਮੀ ਨਿਕਲੀ ਤੇ ਹਾਊ ਕੈਨ ਵੀ ਐਕਸਪੈਕਟ ਫਰੀडम ਫਰੋਮ ਦਾ ਸਿਸਟਮ, ਸੋਸ਼ਲ ਸਿਸਟਮ, ਪੋਲੀਟੀਕਲ ਸਿਸਟਮ। ਸੋ ਉਹ ਸਾਰੀਆਂ ਦੀਆਂ ਗੱਲਾਂ ਜਿਹੜੀਆਂ ਪਿੱਛੇ ਰਹਿ ਜਾਂਦੀਆਂ।
तो मैं तो इस पड़ाव ਦੇ ਸਾਂਝੀ ਕਰਨੀ ਚਾਹੁੰਦਾ ਸੀ ਬਾਕੀ ਨੈਕਸਟ ਟਾਈਮ नहीं नहीं बड़ा अच्छा थोड़ा पर्सपेक्टिव है थैंक यू जी फॉर सडनली इट्स आई ओपनिंग एंड अवेकनिंग टू ईच एंड एवरी वन ऑफ अस and also to our community wherever we go we sit talk and share our views this is worth exploring महाराज जी बाणी के कहो नानक बिना आपा चीन मिटे ना परमा की कहा जी ना आपा च सेल्फ एनालिसिस सेल्फ क्रिटिक is so important अपने आप तो शुरू होके अपने तो अगे परिवार तो ते फिर संसार तो समाज तक जान दे हाँ जी डॉक्टर इंद्रजीत सिंह वासु जी तुसी की कहना चाहोगे आज दे इस प्रोग्राम दे विच अपने विचार दिओ जी तुसी सुन ले ਜਿਹੜੇ ਪੱਖ ਪੇਸ਼ ਕਰ ਦਿੱਤੇ ਗਏ ਨੇ ਉਹਨਾਂ ਤੋਂ ਇਲਾਵਾ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਹਲੇ ਜੀ ਜੋ ਸਿੱਖ ਸੱਭਿਆਚਾਰ ਹੈ ਉਹ ਨਵਾਂ ਸੱਭਿਆਚਾਰ ਸੀ ਜੋ ਭਾਰਤ ਦੇ ਗੁਲਾਮ ਸੱਭਿਆਚਾਰ ਦੇ ਮੁਕਾਬਲੇ ਤੇ ਇੱਕ ਗੁਰੂਆਂ ਨੇ ਇੱਕ ਸੱਭਿਆਚਾਰ ਖੜਾ ਕੀਤਾ ਸੀ ਗੁਲਾਮ ਸੱਭਿਆਚਾਰ ਸੀ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰਤ ਮਾਰੀ ਜਾਂ ਨੀਲ ਬਸਰ ਪਹਿਰ ਹੋਵੇ ਪ੍ਰਵਾਨ मलेश धान लै पूजे प्राण या अल्लाह का नाम ही रहमान रहमान और अल्लाह रखता सी रब का नाम उथी पंडित रहे पुराण नानक नाम पया रहमान तो ये जिहड़ी गुलाम सभ्याचार तो गुरु नानक ने जो साडे सामने आज़ादी का कंसैप्ट रखिया तकरीबन 12 किस्म दियां आज़ादियां बाणी दे विच दसियां गईयां ने इतिहास च दसियां गईयां ने जे आपां गल करिए तां पहली आज़ादी है मजहबी कर्मकांड तो आज़ादी जिहड़ा अज कर्मकांड बहुत वध गया क्योंकि ज्यों-ज्यों पैसा वधदा है पैसे नाल कर्मकांड वधदा क्योंकि सारा कुछ विखावा करना हुंदा है इस तरह मजहबी कर्मकांड तो आज़ादी ते एक चाहुंदा है मनुख दंभ कपट ते ठगी तो आज़ादी आज ठगी बहुत ज्यादा है क्योंकि सारे ही जिन्ने साडे नेता लोग ने इन्हां ने बाहरों जिहड़े पहरावे होर पाए हुए ने चमकवें इन्हां दे चिट्टे चिट्टे सूट हुंदे ने ते नीलियां नीलियां पग्गां हुंदियां ने ते अंदर इन्हां दे काले कारनामे हुंदे ने तो आज़ादी कपट दंभ तो ठगी तो आज़ादी ते किरत नूं उसदी लुट तो आज़ादी जिवें हुणे ज्ञानी सुच्चा सिंह दस रहे सन कि सारा दिन काम कराना ते 50 पैसे दे देने ये किरती की लुट जिहड़ी है जिद्दां हुण किसान ने किसान दी एजीटेशन सारी इकनॉमिक है आर्थिकता लई किसान धरने दे रहा है सब कुछ पैदा करके ओहदा हक मंग रहा है इहदी कीमत दिओ बड़ी अजीब तरह की सोसाइटी दे विच बंदा फस चुका है किरत नूं ओहदी लुट तो आज़ादी चाहिदी है ते गरीबां नूं अमीरां राहीं खून पीण तो आज़ादी है राय बुलार नूं गुरु नानक ने समझाया सी ओ बई जिहड़े तेरे पूड़े ने इहदे च किरतियां दा खून है ते अज भी ते पूड़ियां च किरतियां दा खून है तो गरीबां नूं अमीरां राहीं खून पीण तो आज़ादी मतलब मालक भागो नूं नॉट राय बुलार नूं राय बुलार तां गुरु महाराज दा पहला सिख सी मालक भागो नूं तुहाडा मतलब हाँ जी ठीक है जी मालक भागो सारी इस तरह झूठे राज प्रबंध तो आज़ादी आ जिहड़े जिन्ने एडमिनिस्ट्रेशनां चल रही ने सब झूठ ते आ जिहड़े हिंदुस्तान दे विच जिन्नियां जुल्म हो रहे ने दूजियां पार्टियां दे एक पार्टी दूजी नूं गालां कड्ढी जांदी दूजी पार्टी तीजी नूं ओ कोई भी सैल्फ एग्जामिनेशन नहीं कर रहा आपे दी पुण छाण करांगे तां मनुख बनांगे ते इत्थे की है पराया छिदर अटकले जिहड़ा पराया छिदर है दूजी पार्टी दा नुक्स है उहनूं वधा चढ़ा के दसी जांदे ने मैं ते समझना कि मनुख दी परिभाषा गुम है अज सानूं विचार करना चाहिए कि गुरबाणी दा मनुख की है उहदियां की विशेषतावां ने अज जिहड़ा डंडे दे जोर नाल लुटिया जा रहा है लुटिया भी जा रहा है ते कुटिया भी जा रहा है आ जिद्दां हुण कल परसों ही लाठी चार्ज होया वो लाइनमैन जिहड़े सी बिजली बोर्ड दे वो चाहुंदे सी भी हुण इम्तिहान कोई रिटन ना लिया जाए सानूं 20 साल हो गए ने लाइनमैन ही करदियां तुसीं इम्तिहान दा एक होर रट्टा पाता है
ਉਹ ਆਜ਼ਾਦੀ ਮੰਗਣ ਗਏ ਸੀ ਆਪਣੀ, ਵੀ ਸਾਨੂੰ ਫੇਰ ਟੈਸਟ ਨਾ ਲਿਆ ਜਾਏ, ਸਾਨੂੰ ਪੱਕਾ ਕੀਤਾ ਜਾਏ। 20 ਸਾਲ ਹੋ ਗਏ ਉਹਨਾਂ ਨੂੰ ਜੋ ਬਣਾ ਬਣਾ ਕੇ ਕੁੱਟਿਆ ਬੰਦਿਆਂ ਨੂੰ। ਹੈਰਾਨ ਆ ਮੈਂ ਕਿ ਇਹ 21ਵੀਂ ਸਦੀ ਕਿਸ ਤਰ੍ਹਾਂ ਦੀ ਸਦੀ ਚੱਲ ਰਹੀ ਹੈ। ਇਸ ਕਰਕੇ ਹੱਕ ਮੰਗਦੇ ਨੇ ਲੋਕੀ ਤੇ ਉਹਨਾਂ ਨੂੰ ਮੌਤ ਦੇ ਫੰਦੇ ਤੇ ਲਟਕਾਤਾ ਜਾਂਦਾ। ਨਿਰਬਲ ਮਨੁੱਖ ਜਿਹੜਾ ਉਹ ਤਾਕਤਵਰਾਂ ਤੋਂ ਆਜ਼ਾਦੀ ਚਾਹੁੰਦਾ, ਧਾਰਮਿਕ ਵਹਿਮ ਭਰਮਾਂ ਤੋਂ ਆਜ਼ਾਦੀ ਗੁਰੂ ਨੇ ਸਿਖਾਈ। ਜੋਗੀ ਜਿਹੜੇ ਨੇ ਉਹ ਸਾਡੀ ਸੁਸਾਇਟੀ 'ਚ ਉਹ ਭਾਰ ਬਣੇ ਹੋਏ ਸਨ। ਪਰ ਜੀਵੀ ਜਿਹੜੀ ਹੋਂਦ ਹੈ ਉਹਨਾਂ ਦੀ, ਜੋਗੀਆਂ ਨੂੰ ਪਰ ਜੀਵਾਂ ਤੋਂ ਆਜ਼ਾਦੀ, ਇੰਨੀਆਂ 12 ਕਿਸਮ ਦੀਆਂ ਆਜ਼ਾਦੀਆਂ ਦਾਸ ਨੇ ਗਿਣ ਦਿੱਤੀਆਂ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਉੱਚੇ ਨੀਵੇਂ ਨੂੰ ਖਤਮ ਕਰਨ ਲਈ ਲੰਗਰ ਦੀ ਰੀਤ ਤੋੜ ਦਿੱਤੀ। ਤਾਨਾਸ਼ਾਹੀ ਫੈਸਲੇ ਜਿਹੜੇ ਨੇ ਉਹ ਪੰਜ ਪ੍ਰਧਾਨੀ ਪ੍ਰਣਾਲੀ ਕਾਹਦੇ ਲਈ ਬਣਾਈ? ਗੁਰੂ ਗੋਬਿੰਦ ਸਿੰਘ ਨੇ 5 ਪਿਆਰਿਆਂ ਨੂੰ ਕਿਉਂ ਮੱਥਾ ਟੇਕਿਆ? ਉਹ ਇਸ ਲਈ ਟੇਕਿਆ ਵੀ ਇੱਕ ਬੰਦਾ ਜਿਹੜਾ ਉਹ ਨਾ ਕਰੇ ਫੈਸਲੇ। 5 ਬੰਦਿਆਂ ਨੂੰ 5 ਪ੍ਰਧਾਨੀ ਜਿਹੜੀ ਹੈ ਇਹ ਜਿਹੜੀ ਪ੍ਰਣਾਲੀ ਸ਼ੁਰੂ ਕੀਤੀ ਸੀ, ਉਹ ਧਾਰਮਿਕ ਵਹਿਮਾਂ ਭਰਮਾਂ ਤੋਂ ਜੋ ਬਚਣਾ, ਤਾਂ ਗੁਰੂ ਨੇ ਕਿਹਾ ਸੀ ਕਿ ਮਨੁੱਖੀ ਸੁਰਤ ਵਿੱਚ ਦੀਵੇ ਬਾਲ ਲਓ, ਅੰਦਰ ਹਨੇਰਾ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਲਸੋ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਨਹੀਂ ਪਾਈ। ਇਹ ਸਤਿਗੁਰ ਦਾ ਸ਼ਬਦ ਦਾ ਜਿਹੜਾ ਦੀਵਾ ਅੰਦਰ ਜਗਾ ਲਓ ਤੇ ਆਜ਼ਾਦੀ ਦੇ ਤਾਂ ਪਨਪੂਗੀ ਕਿ ਜਦੋਂ ਸੁਤੰਤਰ ਸੱਭਿਆਚਾਰ ਪੈਦਾ ਹੋ ਜਾਏਗਾ। ਉਹ ਗੁਰੂ ਨੇ ਨਿਰਮਲ ਪੰਥ ਬਣਾਇਆ ਸੀ। ਨਿਰਮਲ ਪੰਥ ਦਾ ਕੀ ਮਤਲਬ ਹੈ? ਅੰਦਰੋਂ ਬਾਹਰੋਂ ਨਿਰਮਲ। ਇਹ ਨਹੀਂ ਕਿ ਬਾਹਰੋਂ ਕੱਪੜੇ ਚੰਗੇ ਪਾ ਲਏ ਤੇ ਅੰਦਰੋਂ ਕਾਲੇ ਕਾਰਨਾਮੇ ਕਰਨੇ। ਅੱਜ ਦਾ ਯੁੱਗ ਜਿਹੜਾ ਉੱਥੇ ਹੀ ਖੜਾ ਗੁਰੂ ਨਾਨਕ ਦੇ ਆਉਣ ਤੋਂ, ਜਿੱਦਾਂ ਉਸ ਵੇਲੇ ਯੁੱਗ ਸੀ, ਕੋਈ ਫਰਕ ਨਹੀਂ ਪਿਆ। ਹਾਂ, ਮੈਂ ਇਹ ਕਹਿਣਾ ਚਾਹਾਂਗਾ ਕਿ ਆਮ ਸਿੱਖ ਜਿਹੜਾ, ਆਮ ਸੰਗਤ ਉਹ ਗੁਰੂ ਦੇ ਨੇੜੇ ਹੈ। ਇਹਨਾਂ ਨੂੰ ਜਿਹੜੀ ਆਗੂ ਨੇ ਉਹ ਜਿਹੜੇ ਨੇ ਉਹਨਾਂ ਦੇ ਉਹ ਗੁੰਮਰਾਹ ਹੋ ਚੁੱਕੇ ਨੇ, ਉਹ ਇਸ ਆਮ ਸੰਗਤ ਨੂੰ ਲੁੱਟ ਰਹੇ ਨੇ। ਇਸ ਕਰਕੇ ਧਾਰਮਿਕ ਅਸੂਲ ਜਿਹੜੇ ਨੇ ਉਹਨਾਂ ਤੋਂ ਸਖਣਾ ਨਹੀਂ ਹੋਣਾ ਚਾਹੀਦਾ। ਉਹ ਨਾਨਕ ਨਿਰਬਲ ਪੰਥ ਚਲਾਇਆ ਦਾ ਜਿਹੜਾ ਕਨਸੈਪਟ ਹੈ ਉਹ ਆਉਣਾ ਚਾਹੀਦਾ, ਅੰਦਰੋਂ ਬਾਹਰੋਂ ਨਿਰਮਲ ਹੋਣਾ ਚਾਹੀਦਾ। ਜਿਨ ਦਿਲੋਂ ਮੁਹੱਬਤ ਜਿਨ ਇਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਟਿਆ। ਇਸ ਕਰਕੇ ਜਦ ਤੱਕ ਸਾਰਾ ਵਿਸ਼ਵ ਜਿਹੜਾ ਏਕ ਪਿਤਾ ਏਕ ਕਸਕੇ ਹਮ ਬਾਰਕ ਇਹਦੇ ਉੱਤੇ ਨਹੀਂ ਚੱਲਦਾ ਤੇ ਮਨੁੱਖ ਦੇ ਸਰੀਰ ਜਿਹੜੇ ਨੇ ਹਰਿਮੰਦਰ ਸਰੀਰ ਹੈ, ਉਹ ਬਈ ਸਮਝਾ ਦਿਓ ਸਾਰਿਆਂ ਨੂੰ। ਇੱਥੋਂ ਹੀ ਸ਼ੁਰੂ ਹੋ ਜਾਓ, ਪ੍ਰਚਾਰ ਇੱਥੋਂ ਸ਼ੁਰੂ ਹੋਣਾ ਚਾਹੀਦਾ ਕਿ ਹਰਿਮੰਦਰ ਇਹ ਸਰੀਰ ਹੈ, ਇਹ ਸਰੀਰ ਹਰਿਮੰਦਰ ਹੈ। ਸਰੀਰ ਜਿਹੜੇ ਮਨੁੱਖ ਨੇ ਇਹਨਾਂ ਰੱਬ 'ਚ ਕੋਈ ਭੇਦ ਨਹੀਂ ਹੈ। ਉਹ ਰੱਬ ਨੇ ਚਾਹਿਆ ਮੈਂ ਪ੍ਰਗਟ ਹੋਵਾਂ। ਉਹ ਮਨਸੂਰ ਕਹਿੰਦਾ ਕਿ ਰੱਬ ਨੇ ਚਾਹਿਆ ਇੱਕ ਦਿਨ ਕਿ ਮੈਂ ਪ੍ਰਗਟ ਹੋ ਜਾਵਾਂ। ਉਹਨੇ ਕੋ ਵਿਸ਼ੇਸ਼ਾਵਾਂ ਦੇ ਰੂਪ ਇਕੱਠੇ ਕੀਤੇ, ਮਨੁੱਖ ਬਣਾਤਾ। ਮਨੁੱਖ ਰਾਹੀਂ ਰੱਬ ਪ੍ਰਗਟ ਹੈ, ਪਰ ਮਨੁੱਖ ਨੂੰ ਬਾਹਰ ਲੱਭਦਾ। ਬੜੀ ਅਜੀਬ ਗੱਲ ਹੈ ਕਿ ਮਨੁੱਖ ਨੂੰ ਜਿੰਨੀਆਂ ਸ਼ਕਤੀਆਂ ਦਿੱਤੀਆਂ ਗਈਆਂ ਨੇ, ਮਨੁੱਖ ਆਪਣੇ ਆਪ ਨੂੰ ਸਮਝ ਨਹੀਂ ਰਿਹਾ। ਮਨੁੱਖ ਕੋ ਕਲਪਨਾ, ਅੱਗੇ ਵਧਣ ਦੀ ਇੱਛਾ ਹੈ, ਮਨੁੱਖ ਕੋਲ ਬੋਲੀ ਹੈ, ਮਨੁੱਖ ਕੋਲ ਧਰਮ ਹੈ, ਮਨੁੱਖ ਕੋਲ ਕਲਾ ਹੈ, ਮਨੁੱਖ ਕੋਲ ਵਿਗਿਆਨ ਹੈ। ਇਤਨੀਆਂ ਰੱਬ ਨੇ ਕੋਈ ਸ਼ਕਤੀ ਆਪਣੇ ਕੋਲ ਰੱਖੀ ਕੋ ਨਹੀਂ। ਉਹਨੇ ਰੱਬ ਨੇ ਆਪਣਾ ਪ੍ਰਤੀਨਿਧ ਬਣਾ ਕੇ ਮਨੁੱਖ ਨੂੰ ਭੇਜਿਆ। ਜਦ ਤੱਕ ਮਨੁੱਖ ਆਪਣੀ ਪਛਾਣ ਨਹੀਂ ਕਰਦਾ, ਇਸ ਤਰ੍ਹਾਂ ਹੀ ਸੰਸਾਰ ਜਿਹੜਾ ਤੁਰਿਆ ਰਹੇਗਾ ਔਰ ਤੁਰਿਆ ਰਹਿੰਦਾ ਹੈ। ਇਸ ਕਰਕੇ ਗੁਰੂਆਂ ਨੇ ਕਿਹਾ ਸੀ ਕਿ ਨਵਾਂ ਸੱਭਿਆਚਾਰ ਪੈਦਾ ਕੀਤਾ ਸੀ ਤੇ ਸਮਾਜ ਦੇ ਜਿਹੜੇ ਤਿੜਕੇ ਰਿਸ਼ਤੇ ਨੇ, ਜਿੱਥੇ ਜਿੱਥੇ ਸਮਾਜ ਦੇ ਵਿੱਚ ਜ਼ਖਮ ਸਨ, ਜਿੱਥੇ ਜਿੱਥੇ ਲੋਕਾਂ ਨੂੰ ਕੋਈ ਦਰਦ ਸੀ, ਉੱਥੇ ਉਹਨਾਂ ਨੇ ਪਿਆਰ ਦੀ ਮਲਮ ਲਗਾਈ ਸੀ। ਅੱਜ ਵੀ ਮਨੁੱਖ ਨੂੰ ਪਿਆਰ ਦੀ ਮਲਮ ਲਾਉਣ ਦੀ ਲੋੜ ਹੈ। ਆਓ ਮਨੁੱਖ ਨੂੰ ਸਮਝੀਏ। ਮਨੁੱਖ ਨੂੰ ਜਿਉਂ-ਜਿਉਂ ਸਮਝਾਂਗੇ ਤਿਉਂ ਤੋਂ ਰੱਬ ਜਿਹੜਾ ਹੈ ਉਹ ਮਨੁੱਖ ਤਾਂ ਰੱਬ ਦਾ ਦੂਜਾ ਰੂਪ ਹੈ। ਹਾਂਜੀ ਹਾਂਜੀ ਹੀ ਰੱਬ ਘੜਿਆ
ਉਹ ਮਨੁੱਖ ਨੂੰ ਹੀ 35 ਅੱਖਰੀ ਘੜੀ ਊੜੇ ਤੋਂ ਡੈੜੇ ਤੱਕ ਮਨੁੱਖ ਨੇ ਪੈਦਾ ਕੀਤਾ ਤੇ ਰਾਰਾ ਵੀ ਬੰਦੇ ਨੇ ਬਣਾਇਆ, ਬੱਬਾ ਵੀ ਬੰਦੇ ਨੇ ਬਣਾਇਆ। ਫਿਰ ਬੰਦੇ ਨੇ ਸੋਚਿਆ ਕਿ ਜਿਹੜੀ ਸ਼ਕਤੀ ठीक है डॉक्टर वासु साहब, अपना टाइम बहुत हो गया जी। थैंक यू थोड़ा बहुत। ਇਹ ਜਿਹੜਾ ਮੈਨ ਮੇਡ ਸਿਲਸਿਲਾ ਹੈ, ਇਸ ਨੂੰ ਮਨੁੱਖ ਹੀ ਇਸ ਨੂੰ ਠੀਕ ਕਰੇਗਾ, ਮਨੁੱਖ ਹੀ ਇਸ ਨੂੰ ਗਲਤ ਕਰਦਾ ਹੈ। ਇਹਨੇ ਖਤ ਪ੍ਰਵਾਨ ਕਰਨਾ। ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਤੁਹਾਡੇ ਪਰਸਪੈਕਟਿਵ ਦਾ ਬੜਾ ਡਿਫਰੈਂਟ ਨਵੇਕਲਾ ਜਿਹਾ ਤੁਸੀਂ ਆਪਦਾ ਪਰਸਪੈਕਟਿਵ ਦਿੱਤਾ। ਐਕਚੁਅਲੀ ਗੁਰੂ ਮਹਾਰਾਜ ਦੇ ਵੀ ਨਾ ਤਿੰਨੇ ਜਿੰਨੇ ਰਿਲੀਜੀਅਸ ਲੀਡਰਸ਼ਿਪ ਸੀ, ਮਹਾਰਾਜ ਨੇ ਕਿਹਾ ਹਿੰਦੂ ਵੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ। ਜਿਹੜੀ ਰਿਲੀਜੀਅਸ ਲੀਡਰਸ਼ਿਪ ਸੀ, ਨਾਲੇ ਕਹਿੰਦਾ ਤਿੰਨੇ ਉਜਾੜੇ ਕਾ ਬੰਦ, ਜੋਗੀ ਵੀ, ਬ੍ਰਾਹਮਣ ਵੀ, ਸਕਾਜ਼ੀ ਵੀ, ਸਾਰੇ ਸਾਡੀ ਜਿਹੜੀ ਸਿੱਖ ਲੀਡਰਸ਼ਿਪ ਆ ਉਹ ਵੀ ਉਹਦੇ ਵਿੱਚ ਹੀ ਗਲਤਾਨ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਸਬਕ ਸਿੱਖਣ ਦੀ ਲੋੜ ਹੈ ਸਾਨੂੰ। ਹਾਂਜੀ ਗਿਆਨੀ ਧਰਮ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਅਗਲੇ 7-8 ਮਿੰਟਾਂ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਆਜ਼ਾਦੀ ਦੇ ਬਾਰੇ? ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਤੋਂ ਪਹਿਲਾਂ ਸਾਰਿਆਂ ਨੇ ਬਹੁਤ ਸੋਹਣੇ ਵਧੀਆ ਵਿਚਾਰ ਦਿੱਤੇ ਨੇ, ਤੇ ਜੋ ਮੈਂ ਸਮਝਦਾ ਵਾਂ ਉਹ ਵੀ ਇਹ ਕੋਈ ਵੱਖਰਾ ਨਹੀਂ ਆ। ਤੇ ਉਹਦੇ ਵਿੱਚ ਜਿੱਥੋਂ ਤੱਕ ਗੁਲਾਮੀ ਦੀ ਗੱਲ ਆ, ਆਜ਼ਾਦੀ ਦੀ ਗੱਲ ਬੜੇ ਸੋਹਣੇ ਤਰੀਕੇ ਦੇ ਨਾਲ ਵੀਰ ਸੁੱਚਾ ਸਿੰਘ ਹੋਰਾਂ ਨੇ, ਡਾਕਟਰ ਵਾਸੂ ਜੀ ਹੋਰਾਂ ਨੇ, ਸਾਰਿਆਂ ਨੇ ਜ਼ਿਕਰ ਕੀਤਾ ਆ। ਮੈਂ ਇਹ ਸਮਝਦਾ ਆ ਕਿ ਗੱਲਾਂ ਵੈਸੇ ਪਹਿਲੋਂ ਹੋ ਚੁੱਕੀਆਂ ਨੇ। ਪਹਿਲੀ ਗੱਲ ਤੇ ਇਹ ਆ ਵੀ ਜਿਹੜੀ ਹੈਗੀ ਰਾਜ ਭਾਗ ਦੀ ਗੱਲ, ਆਜ਼ਾਦੀ ਦਾ ਉਹ ਬਹੁਤ ਵੱਡਾ ਹਿੱਸਾ ਹੁੰਦਾ ਆ। ਪੂਰਨ ਤੌਰ ਤੇ ਮਨੁੱਖ ਜਿਹੜਾ ਆ ਉਦੋਂ ਹੀ ਆਜ਼ਾਦੀ ਮਹਿਸੂਸ ਕਰਦਾ ਆ ਜਦੋਂ ਆਪਣਾ ਹੀ ਰਾਜ ਭਾਗ ਹੋਵੇ। ਨਹੀਂ ਤੇ ਆਪਾਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਅੱਜ ਤੱਕ ਉਹ ਸਾਰੇ ਬਾਕੀ ਦੇ ਸਮੇਂ ਦੇਖਦੇ ਹਾਂ ਵੀ ਕਿੱਥੇ ਕਿੱਥੇ ਅਟੈਕ ਹੁੰਦੇ ਆ ਸਾਡੇ ਤੇ ਉਹਦੇ ਵਾਸਤੇ ਜਿਹੜਾ ਹੈਗਾ ਆ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ਼ੁਰੂ ਕੀਤਾ ਆ ਇਹ ਸਿੱਖ ਧਰਮ, ਤੇ ਉਹ ਉਦੋਂ ਆਪਣਾ ਰਾਜ ਨਹੀਂ ਸੀ। ਇਹ ਗੱਲ ਵੀਰ ਸੁੱਚਾ ਸਿੰਘ ਜੀ ਹੋਰਾਂ ਨੇ ਕਹੀ ਸੀਗੀ ਵੀ ਜਿਹੜੀ ਹੈਗੀ ਨਾ ਗੁਲਾਮੀ ਨੂੰ ਪ੍ਰਵਾਨ ਕਰਨਾ, ਜਿਹੜਾ ਇਹ ਗੁਲਾਮੀ ਦੇ ਵਿੱਚ ਜਕੜੇ ਜਾਣ ਦਾ ਵੱਡਾ ਕਾਰਨ ਹੁੰਦਾ ਆ। ਤੇ ਸਾਡੇ ਵਾਸਤੇ ਗੁਰੂ ਸਾਹਿਬ ਜੀ ਨੇ ਜਿਹੜੀ ਬਖਸ਼ਿਸ਼ ਕੀਤੀ ਸੀਗੀ ਉਹ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਰੂਪ ਦੇ ਵਿੱਚ ਹੈ। ਜਦੋਂ ਤੱਕ ਅਸੀਂ ਉਸ ਨੂੰ ਅਪਣਾਉਂਦੇ ਨਹੀਂ, ਆਪਣੇ ਜੀਵਨ ਦੇ ਵਿੱਚ ਪ੍ਰਪੱਕ ਨਹੀਂ ਕਰਦੇ, ਤੇ ਉਦੋਂ ਤੱਕ ਸਾਡੇ ਅੰਦਰ ਬਾਕੀ ਦੀਆਂ ਗੁਲਾਮੀਆਂ ਜਿਹੜੀਆਂ ਨੇ ਉਹ ਦੂਰ ਨਹੀਂ ਹੋ ਸਕਦੀਆਂ, ਕਿਉਂਕਿ ਇਹ ਸਾਰਾ ਕਨਸੈਪਟ ਹੀ ਇਹ ਆ। ਮੈਂ ਕਈ ਵਾਰ ਸੋਚੀਦਾ ਆ ਕਿ ਅੱਜ ਗੁਰਦੁਆਰੇ ਬੜੇ ਆ, ਅੱਜ ਪ੍ਰਚਾਰ ਬਹੁਤ ਆ, ਕੀਰਤਨ ਦਰਬਾਰ ਸਾਰਾ ਕੁਝ ਬਹੁਤ ਹੁੰਦਾ ਆ। 18ਵੀਂ ਸਦੀ ਦੇ ਵਿੱਚ ਤੇ ਮੇਰੇ ਖਿਆਲ ਚ ਹਰ ਸਿੱਖ ਦੇ ਕੋਲ ਗੁਟਕਾ ਵੀ ਨਹੀਂ ਸੀ ਬਾਣੀ ਪੜ੍ਹਨ ਵਾਸਤੇ। ਤੇ ਉਦੋਂ ਜ਼ੁਲਮ ਹੋਏ ਸਾਡੇ ਤੇ ਜਿਹੜੀ ਚੜ੍ਹਦੀ ਕਲਾ ਦੇ ਨਾਲ ਸਿੱਖ ਜੀਵੇ ਉਹ ਕਿੱਦਾਂ ਜੀਵੇ, ਉਹਦਾ ਕਾਰਨ ਸਿਰਫ ਇਹ ਸੀਗਾ ਵੀ ਹਰ ਇੱਕ ਮਾਂ ਬਾਪ ਜਿਹੜਾ ਆ ਉਹ ਟੀਚਰ ਸੀਗਾ। ਹਰ ਗੁਰਸਿੱਖ ਜਿਹੜਾ ਸੀਗਾ ਆਪਣੇ ਬੱਚਿਆਂ ਨੂੰ ਉਹ ਸਿੱਖਿਆ ਜਿਹੜੀ ਗੁਰਮਤ ਦੀ ਸੀਗੀ, ਗੁਰਬਾਣੀ ਦੀ, ਉਹਦੇ ਚ ਉਹ ਪ੍ਰਪੱਕ ਕਰਦੇ ਸੀਗੇ। ਤੇ ਜਦੋਂ ਇਸ ਨੂੰ ਅਸੀਂ ਮੰਨ ਲੈਂਦੇ ਹਾਂ ਬਾਣੀ ਨੂੰ, ਤੇ ਸਾਡੇ ਅੰਦਰੋਂ ਜਿਹੜੇ ਡਾਕਟਰ ਵਾਸੂ ਹੋਰਾਂ ਨੇ ਵੀ ਗੱਲਾਂ ਕੀਤੀਆਂ ਤੇ ਜਿਹੜਾ ਕਿਸੇ ਦਾ ਹੱਕ ਮਾਰਨਾ, ਉਹ ਸਾਨੂੰ ਕੋਈ ਹੋਰ ਤਰੀਕਾ ਨਹੀਂ ਦੱਸ ਸਕਦਾ। ਬਾਣੀ ਦੇ ਨਾਲ ਜਿਹੜਾ ਬੰਦਾ ਗੁਰੂ ਦੇ ਭੈ ਵਿੱਚ ਰਹਿ ਕੇ ਤੇ ਉੱਥੋਂ ਸਿੱਖਿਆ ਲਏਗਾ, ਉਹੋ ਹੀ ਕਿਸੇ ਦਾ ਹੱਕ ਨਹੀਂ ਮਾਰੇਗਾ। ਉਹੋ ਹੀ ਮਨੁੱਖ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜਿਆ, ਉਹੋ ਹੀ ਮਨੁੱਖ ਜਿਹੜਾ ਬਾਕੀ ਹੋਰ ਕਿਸੇ ਪਾਸੇ ਦਾ ਖਿਆਲ ਨਹੀਂ ਕਰੇਗਾ। ਤੇ ਇਹ ਉਸੇ ਦੇ ਅੰਦਰ ਹੀ ਜਿਹੜੀ ਆ ਆਜ਼ਾਦੀ ਵਾਲੀ ਜਿਹੜੀ ਗੱਲ ਹੋਊਗੀ। ਤੇ ਪਹਿਲੀ ਗੱਲ ਤਾਂ ਇਹ ਆ ਕਿ ਅਸੀਂ ਆਪਣੇ ਆਪ ਦੇ ਵਿੱਚ ਹਰ ਗੁਰਸਿੱਖ ਜਿਹੜਾ ਆ ਉਹ ਆਪ ਤੇ ਆਪਣੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜੇ। ਤੇ ਦੂਸਰੀ ਗੱਲ ਇਹ ਕਿ ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਆਗੂ ਦੀ, ਕਿ ਜਿਹੋ ਜਿਹਾ ਆਗੂ ਆ, ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਲਿਖਿਆ ਵੀ ਆਂਦਾ ਆਗੂ ਜੇ ਕੀ ਆ, ਤੇ ਉਹ ਸਾਰਾ ਜ਼ਿਕਰ ਕੀਤਾ ਹੀ ਆ ਵੀ ਉਹ ਤੇ ਪੂਰਾਂ ਦੇ ਪੂਰ ਹੀ ਜਿਹੜੇ ਆ ਉਹ ਡੋਬ ਦੇਗਾ। ਤੇ ਸਾਡੇ ਕੋਲ ਗੁਰੂ ਨਾਨਕ ਦੇਵ ਜੀ ਤੋਂ ਦਸਮ ਪਾਤਸ਼ਾਹ ਜੀ ਤੱਕ, ਉਹਦੇ ਤੋਂ ਬਾਅਦ ਜਿਹੜੇ ਸਾਡੇ ਆਗੂ ਰਹੇ 18ਵੀਂ ਸਦੀ ਤੱਕ, ਉਹ ਆਪ ਗੁਰੂ ਨੂੰ ਸਮਰਪਿਤ, ਆਪ ਉਹ ਗੁਰਮਤਿ ਦੇ ਧਾਰਨੀ,
ਤੇ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਵਾਲੇ ਸੀਗੇ। ਇਸ ਕਰਕੇ ਕੌਮ ਜਿਹੜੀ ਆ ਉਹਨਾਂ ਵਿਖੜੇ ਸਮਿਆਂ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਗਈ। ਅੱਜ ਜਿਹੜੀ ਹਾਲਤ ਆ ਕਿ ਸਿੱਖ ਭੋਲਾ ਵੀ ਆ ਕਿ ਧਾਰਮਿਕ ਤੌਰ ਤੇ ਲਿਬਾਸ ਵੇਖ ਕੇ ਤੇ ਕਰਮ ਕਾਂਡ ਪਖੰਡ ਦੇਖ ਕੇ ਤੇ ਇਹਦੇ ਕੋਲ ਨਿਰਣਾ ਹੀ ਨਹੀਂ ਹੁੰਦਾ, ਕਿਉਂਕਿ ਗੁਰਬਾਣੀ ਦੇ ਗਿਆਨ ਤੋਂ ਅਧੂਰਾ ਆ ਆਮ ਸਿੱਖ ਜਿਹੜਾ ਆ। ਤੇ ਬਾਣੀ ਦਾ ਇੱਕ ਪਖੰਡ ਬਾਣੀ ਦੇ ਵਿੱਚੋਂ ਹੀ ਲੈ ਲੈ ਕੇ ਪੰਕਤੀਆਂ ਸੰਤ ਦੀਆਂ ਸਾਧ ਦੀਆਂ, ਤੇ ਉਹਨਾਂ ਨੇ ਵੱਖਰਾ ਵੱਖਰਾ ਸਾਰਾ ਕੁਝ ਲੀਰੋ ਲੀਰ ਕੌਮ ਜਿਹੜੀ ਇਸ ਕਰਕੇ ਹੋਈ ਆ। ਤੇ ਹਰ ਸਿੱਖ ਜੇ ਬਾਣੀ ਨੂੰ ਜਾਣਨ ਵਾਲਾ ਹੋਏ ਤਾਂ ਉਹਨੂੰ ਪਤਾ ਹੋਊਗਾ ਕਿ ਸਿੱਖ ਜਿਹੜਾ ਆ ਨਾ ਤੇ ਕਿਸੇ ਡੇਰੇ ਦਾ ਨਾਮ ਆ ਸੰਤ, ਨਾ ਕਿਸੇ ਲਿਬਾਸ ਦਾ ਨਾਮ ਆ, ਇਹ ਤੇ ਇੱਕ ਜੀਵਨ ਆ। ਤੇ ਇਸ ਕਰਕੇ ਉਹ ਸਾਵਧਾਨ ਰਹੇਗਾ। ਦੂਸਰੇ ਪਾਸੇ ਜਿਹੜਾ ਹੈਗਾ ਆ ਸਾਡੀ ਰਾਜਨੀਤਿਕ ਲੀਡਰ ਨੇ, ਆਗੂ ਨੇ, ਉਹਨਾਂ ਦਾ ਸਾਨੂੰ ਪਤਾ ਆ ਕਿ ਉਹਨਾਂ ਦਾ ਸਿੱਖੀ ਦੇ ਨਾਲ ਵਾਹ ਵਾਸਤਾ ਹੀ ਕੋਈ ਨਹੀਂ। ਬਾਕੀ ਦੂਸਰਿਆਂ ਨਾਲੋਂ ਵੀ ਵੱਧ ਕਰਪਟ, ਵੱਧ ਹੰਕਾਰੀ ਤੇ ਉਹ ਸਾਰੀਆਂ ਗੱਲਾਂ ਨੇ। ਤੇ ਇਸ ਕਰਕੇ ਉਹ ਫਿਰ ਕੌਮ ਦਾ ਵੀ ਸੌਦਾ ਕਰ ਜਾਂਦੇ ਨੇ। ਸਾਡੀ ਤਰਾਸਦੀ ਇਹ ਆ ਤੇ ਇਹਦੇ ਵਾਸਤੇ ਫਿਰ ਇਹੋ ਹੀ ਆ ਕਿ ਜਿੱਦਾਂ ਹੁਣ ਆਪਾਂ ਵਿਚਾਰ ਕਰ ਰਹੇ ਹਾਂ, ਜਿੰਨੇ ਕੁ ਅਸੀਂ ਹੋਰ ਵੀ ਬਹੁਤ ਸਾਰੇ ਆ, ਪਰ ਜਿਹੜੇ ਸਮਝਦੇ ਆ ਇਹਨਾਂ ਗੱਲਾਂ ਨੂੰ ਉਹ ਤੇ ਯਤਨ ਕਰਦੇ, ਪਰ ਆਮ ਪਬਲਿਕ ਦੇ ਹਿਸਾਬ ਦੇ ਨਾਲ ਜਿਹੜੇ ਸਿਆਣੇ ਬੰਦੇ ਆ ਉਹਨਾਂ ਦੀ ਗੱਲ ਨਹੀਂ ਜਾਂਦੀ। ਮੈਂ ਇੱਕ ਵਾਰੀ ਗਿਆਨੀ ਸੋਹਣ ਸਿੰਘ ਜੀ ਸੀਤਲਹੁਰ ਗਾ ਰਹੇ ਸੀਗੇ ਸਿੱਖ ਰਾਜ ਕਿਵੇਂ ਗਿਆ, ਤੇ ਉਹਨੂੰ ਸੱਚਮੁੱਚ ਹੀ ਜਦੋਂ ਉਹ ਗਾਉਂਦੇ ਸੀਗੇ ਤੇ ਸਾਰੇ ਲੋਕ ਜਿਹੜੇ ਉਹਨਾਂ ਦੀ ਅੱਖਾਂ 'ਚ ਪਾਣੀ ਹੁੰਦਾ ਸੀਗਾ। ਤੇ ਉਹ ਕਹਿੰਦੇ ਵੀ ਲੋਕ ਪੁੱਛਦੇ ਆ ਕਿ ਉਦੋਂ ਕੋਈ ਸਿਆਣਾ ਸਿੱਖ ਨਹੀਂ ਸੀ। ਕਹਿੰਦੇ ਮੈਂ ਕਹਿੰਦਾ ਆ ਸਿਆਣੇ ਸੀ, ਮੈਂ ਪੁੱਛਦਾ ਆ ਕਿ ਅੱਜ ਕੋਈ ਸਿੱਖ ਸਿਆਣਾ ਨਹੀਂ। ਕਹਿੰਦੇ ਸਿਆਣੇ ਹੁੰਦੇ ਪਰ ਸਿਆਣਿਆਂ ਦੀ ਕੋਈ ਸੁਣਦਾ ਨਹੀਂ ਆ, ਜਦੋਂ ਸ਼ਕਤੀ ਜਿਹੜੀ ਆ ਉਹ ਕਰਪਟ ਬੰਦਿਆਂ ਦੇ ਕੋਲ ਹੁੰਦੀ ਆ। ਤੇ ਇਸ ਕਰਕੇ ਕੌਮ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਆ। ਚੰਗੇ ਬੰਦੇ ਜਿਹੜੇ ਆ ਉਹ ਚੁੱਪ ਕਰਕੇ ਬਹਿ ਜਾਂਦੇ ਨੇ ਕਿ ਅਸੀਂ ਕੀ ਲੈਣਾ ਇਸ ਰੌਲੇ ਗੋਲੇ ਤੋਂ। ਪਰ ਸੱਚ ਗੱਲ ਇਹ ਆ ਕਿ ਜਦੋਂ ਤੱਕ ਉਹ ਅੱਗੇ ਨਹੀਂ ਆਣਗੇ ਉਦੋਂ ਤੱਕ ਕੁਝ ਵੀ ਸੁਧਾਰ ਦੀ ਆਸ ਨਹੀਂ ਕੀਤੀ ਜਾ ਸਕਦੀ। ਇਹਨੀਆਂ ਬੇਨਤੀਆਂ ਨਾਲ ਮੈਂ ਮਾਫੀ ਮੰਗਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਥੈਂਕ ਯੂ ਵੈਰੀ ਮਚ। ਤੁਹਾਡਾ ਜਿਹੜਾ ਤੁਸੀਂ ਆਪਦਾ ਵਿਚਾਰ ਜਿਹੜਾ ਪੇਸ਼ ਕੀਤਾ ਇਹ ਪੱਖ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਜਿੱਥੇ ਤੱਕ ਲੀਡਰਾਂ ਦੇ ਵਿੱਚ ਆ ਲੁੱਚਾ ਲੰਡਾ ਚੌਧਰੀ ਅੱਜ ਕੱਲ, ਜਿੰਨਾ ਚਿਰ ਗ੍ਰਾਸ ਰੂਟ ਲੈਵਲ ਤੇ ਕਮਿਊਨਿਟੀ ਦੇ ਵਿੱਚ ਲੋਕਾਂ ਦੇ ਵਿੱਚ ਜਾਗਰਤੀ ਨਹੀਂ ਹੁੰਦੀ, ਸਾਵਧਾਨਤਾ ਨਹੀਂ ਹੁੰਦੀ, ਦੇ ਹੋਲਡ देयर ਲੀਡਰਸ ਰਿਸਪੌਂਸਿਬਲ ਫॉर देयर ਐਕਸ਼ਨਸ, ਤਾਂ ਕਿ ਉਹ ਕੁਰਾਹੇ ਨਾ ਆਪਣੇ ਆਪ ਪੈਣ ਤੇ ਦੂਜਿਆਂ ਨੂੰ ਪਾਉਣ, ਉਹਨਾਂ ਚਿਰ ਲੀਡਰ ਮਨੋਮਤੀਆਂ ਕਰਦੇ ਰਹਿਣਗੇ, ਕਰਦੇ ਰਹੇ ਵੀ ਨੇ, ਕਰ ਵੀ ਰਹੇ ਨੇ ਤੇ ਕਰਨਗੇ ਵੀ, ਜਿੰਨਾ ਚਿਰ ਉਹਨਾਂ ਨੂੰ ਜਿਹੜੀ ਪਰਜਾ ਜਿਹੜੀ ਨੱਥ ਨਹੀਂ ਪਾਉਂਦੀ। ਕਿਉਂਕਿ ਪਰਜਾ ਲੀਡਰ ਇਜ਼ ਵਾਟ ਦਾ ਫਾਲੋਅਰਸ elect leaders to be। ਸੋ ਫਾਲੋਅਰਸ ਦੇ ਵਿੱਚ ਜਿਹੜੀ ਜਾਗਰਤਾ ਹੋਣੀ ਬਹੁਤ ਜ਼ਰੂਰੀ ਹੈ। ਹਾਂਜੀ ਡਾਕਟਰ ਕੁਲਵਿੰਦਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਵਿਚਾਰਾਂ ਦੇ ਵਿੱਚ ਅੱਜ ਦੇ ਕੰਮ ਦੇ ਬਾਰੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਆਪਣੇ ਪਿਤਾ ਜੀ ਦੇ ਐਕਸਪੀਰੀਅੰਸ ਤੋਂ ਸ਼ੇਅਰ ਕਰਾਂਗਾ ਗੱਲ ਕਿ ਸਾਰੀ ਤੌਰ ਤੇ ਜਦੋਂ ਕਹਿੰਦੇ ਹਿੰਦੁਸਤਾਨ ਆਜ਼ਾਦ ਹੋਇਆ, ਹਿੰਦੁਸਤਾਨ ਤੋਂ ਸ਼ੁਰੂ ਕਰ ਸਕਦੇ ਹਾਂ। ਤੇ ਫਾਦਰ ਸਾਹਿਬ ਦੱਸਦੇ ਸਨ ਕਿ ਅਸੀਂ ਉਸ ਵੇਲੇ ਅੰਮ੍ਰਿਤਸਰ ਦੇ ਰਹੇ ਸਨ। ਤੇ ਪਿਛਲੀ ਵਾਰੀ ਡਿਸਕਸ਼ਨ ਚ ਗੱਲ ਹੋਈ ਸੀ ਨਾ ਕਿ ਗੱਡੀਆਂ ਵੱਡੀਆਂ ਉਧਰੋਂ ਸਿੱਖਾਂ ਦੀਆਂ ਆ ਗਈਆਂ ਪਾਕਿਸਤਾਨ ਦੇ ਪਾਸੋਂ, ਇੱਧਰ ਉਹਨਾਂ ਨੇ ਗੱਡੀਆਂ ਭਰ ਕੇ ਫਿਰ ਭੇਜੀਆਂ ਜਾਬੀ ਤੌਰ ਤੇ। ਜੇਕਰ ਉਹਨਾਂ ਨੂੰ ਇਹ ਚੀਜ਼ ਦਾ ਜਵਾਬ ਨਾ ਦਿੱਤਾ, ਕਈ ਵਾਰੀ ਕੀ ਹੁੰਦਾ ਹੈ ਜਿਹੜਾ ਕਤਲੇਆਮ ਹੁੰਦਾ ਹੈ ਨਾ, ਇਹ ਸਿਰਫ ਮੋਮੈਂਟਰੀ ਇੱਕ ਵੇਵ ਚੱਲਦੀ। ਸਾਡੇ ਕੋਲ ਉਸ ਵੇਲੇ ਲੌਜਿਕ ਖਤਮ ਹੋ ਗਿਆ, ਕਮਿਊਨੀਕੇਸ਼ਨ ਨਹੀਂ ਹੁੰਦੀ ਕਿ ਜਿਹਦੇ ਨਾਲ ਕਮਿਊਨੀਕੇਸ਼ਨ ਕਰਕੇ ਤੁਸੀਂ ਲੋਕਾਂ ਨੂੰ ਦੱਸ ਸਕੋ। ਤੇ ਸੋ ਫਾਦਰ ਸਾਹਿਬ ਦੱਸਦੇ ਨੇ ਕਿ ਅਸੀਂ ਸਾਡਾ ਘਰ ਚੌਂਕ ਬਾਬਾ ਡਾਊਦ ਗੁਰਦੁਆਰਾ ਸਾਹਿਬ ਦੇ ਨਜ਼ਦੀਕ। ਫਾਦਰ ਸਾਹਿਬ ਕਹਿੰਦੇ 3 ਭਰਾ ਸਾਂ, ਅਸੀਂ ਕਿਸੇ ਨੂੰ ਆਵਾਜ਼ ਨਹੀਂ ਮਾਰੀ ਕਿ ਜਿੰਨੇ ਵਾਪਸ ਆਉਣਾ ਆ ਜਾਏਗਾ। ਕਿ ਸਾਨੂੰ ਨਿਊਜ਼ ਮਿਲਿਆ ਕਿ ਸਾਰਾਗੜੀ ਵਾਲੇ ਪਾਸਿਓਂ ਮੁਸਲਮਾਨਾਂ ਦਾ ਜਲੂਸ ਆ ਰਿਹਾ ਹੈ ਤੇ ਖਤਰਾ ਹੈ ਕਿ ਜਿੱਧਰ ਮੁੜਨਗੇ ਉੱਧਰ ਹੀ ਨੁਕਸਾਨ ਹੋ ਸਕਦਾ ਹੈ। ਤੇ ਫਾਦਰ ਸਾਹਿਬ ਕਹਿੰਦੇ ਅਸੀਂ 3 ਭਰਾ ਨਿਕਲ ਕੇ ਕਿਰਪਾਨਾਂ ਫੜ ਕੇ ਤੇ ਜਿਹੜਾ ਬਾਬਾ ਸਾਹਿਬ ਚੌਂਕ ਜਾ ਕੇ ਖਲੋਗੇ ਕਿ ਜੇ ਇੱਧਰ ਨੂੰ ਮੁੜੇਗਾ ਜੋ ਕਿ ਅਸੀਂ ਉਹਨੂੰ ਫੇਸ ਕਰਾਂਗੇ, ਵਿਦ ਦੀ ਹੋਪ ਕਿ ਬਾਕੀ ਬੰਦੇ ਚਲੋ ਨਾਲ ਜੁੜ ਜਾਣਗੇ। ਤੇ ਉਹ ਕਹਿੰਦੇ ਜਦੋਂ ਉਹਨਾਂ ਦੇਖਿਆ ਕਿ ਬੰਦੇ ਕਿਰਪਾਨਾਂ ਲੈ ਕੇ ਖਲੋਤੇ ਨੇ ਉਹ ਸਿੱਧੇ ਨਿਕਲ। ਜਿਹੜਾ ਮੇਰਾ
ਗੱਲ ਕਹਿਣ ਦਾ ਮਕਸਦ ਹੈ ਨਾ ਕਿ ਦੇਖੋ ਜਿਹੜੇ ਬੰਦੇ ਇੱਕ ਦਿਨ ਪਹਿਲਾਂ ਆਪਸ ਦੇ ਵਿੱਚ ਪਿਆਰ ਦੇ ਨਾਲ ਭਰਾ ਭਰਾ ਦੇ ਤੌਰ ਤੇ ਰਹਿ ਰਹੇ, ਸਾਰਿਆਂ ਦੇ ਨਹੀਂ ਬੁਲਾਈ ਹੁੰਦਾ, ਲੇਕਿਨ ਇੱਕ ਐਸੀ ਵੇਵ ਚੱਲੀ ਕਿ ਉਸ ਵੇਵ ਚ ਸਾਰੇ ਲਪੇਟੇ ਗਏ ਆਲਮੋਸਟ 99.99% ਕਿ ਇੱਕ ਦੂਜੇ ਨੂੰ ਬੁੱਧਨ ਕੱਟਣ ਵਾਸਤੇ ਮਜਬੂਰ ਹੋ ਗਏ ਸੀ ਕਿ ਆਪਣੀ ਆਇਡੈਂਟੀਟੀ ਨੂੰ ਮੇਨਟੇਨ ਕਰਨਾ ਹੈ। ਤੇ ਜੇ ਹੁਣ ਅਸੀਂ ਮਾੜੇ ਦਾ ਜਵਾਬ ਤਾਕਤ ਨਾਲ ਨਾ ਦਿੱਤਾ ਤੇ ਉਹ ਲੌਜਿਕ ਸਮੂਹ ਐਸੇ ਨੂੰ ਤਿਆਰ ਨਹੀਂ ਕਰ। ਪਰ ਦੂਸਰੇ ਪਾਸੇ ਜਿਸ ਤਰ੍ਹਾਂ ਪਿਛਲੇ ਲੈਕਚਰ ਦੱਸਿਆ ਗਿਆ ਸੀ ਕਿ ਅੱਜ ਦੇਖੋ ਪਾਕਿਸਤਾਨ 'ਚ ਵੀ ਸਿੱਖ ਰਹਿ ਰਹੇ ਨੇ, ਹਿੰਦੁਸਤਾਨ 'ਚ ਸਿੱਖ ਰਹਿ ਰਹੇ, ਦੁਨੀਆ ਸਾਰੀ ਵਿੱਚ ਹੈਗੇ ਹੀ ਨੇ, ਪਰ ਇਹ ਦੋ ਦੇਸ਼ਾਂ ਦੀ ਵੰਡ ਹੋਈ। ਜਿਹੜੇ ਇੱਕ ਦੂਜੇ ਨੂੰ ਵੜਦੇ ਸਨ, ਅੱਜ ਦੇ ਸਮੇਂ ਦੇ ਵਿੱਚ ਉਹ ਵੀ ਸਾਰੇ ਲੋਕ ਇਕੱਠੇ ਨੇ। ਉਸ ਵੇਲੇ ਵੀ ਲੋਕਾਂ ਨੇ ਜਿੱਦਾਂ ਜੋ ਚੱਲਦਾ ਸੀ ਇੱਕ ਦੂਜੇ ਨੂੰ ਬਚਾਇਆ ਵੀ ਹੈ। ਇਹ ਨਹੀਂ ਕਿ ਸਾਰਿਆਂ ਨੇ ਵੱਢਿਆ ਹੀ ਹੈ। ਹਿੰਦੂਆਂ ਨੇ ਮੁਸਲਮਾਨਾਂ ਨੂੰ ਬਚਾਇਆ, ਮੁਸਲਮਾਨਾਂ ਨੇ ਸਿੱਖਾਂ ਨੂੰ ਬਚਾਇਆ। ਇਹ ਕੁਛ ਹੀ ਹੋਇਆ ਉਹਨਾਂ ਉਸ ਸਮੇਂ। ਪਰ ਇਹ ਪਾਕਿਸਤਾਨ ਦੇ ਸਿੱਖ ਹੈਗੇ ਨੇ, ਅੱਜ ਹਿੰਦੁਸਤਾਨ ਦੇ ਮੁਸਲਮਾਨ। ਸੋ ਇੱਕ ਵੇਵ ਹੀ ਹੁੰਦੀ ਹੈ ਜਿਹੜੀ ਵੇਵ ਨੂੰ ਤੁਸੀਂ ਕੱਟ ਨਹੀਂ ਕਰ ਸਕਦੇ। ਉਸ ਵੇਲੇ ਉਸ ਸਮਾਂ ਹੀ ਐਸਾ ਇੱਕ ਬਣ ਚੁੱਕਾ ਹੁੰਦਾ ਧਾਰਨਾ ਕਿ ਤੁਹਾਡੇ ਕੋਲ ਕੋਈ ਸੂਟੇਬਲ ਆਨਸਰ ਨਹੀਂ ਹੁੰਦਾ, ਤੁਸੀਂ ਰਿਸਪੌਂਡ ਨਹੀਂ ਕਰਦੇ, ਤੁਹਾਨੂੰ ਰਿਐਕਟ ਕਰਨਾ। ਹੁਣ ਆਪਾਂ ਅੱਜ ਗੁਰਬਾਣੀ ਦੇ ਹਿਸਾਬ ਤੇ, ਗੁਰਬਾਣੀ ਦੇ ਹਿਸਾਬ ਸਿਰ ਜਿਹੜੀ ਆਜ਼ਾਦੀ ਹੈ ਤੇ ਬੜੀਆਂ ਉਦਾਹਰਨਾਂ ਪਹਿਲਾਂ ਆਪਾਂ ਗੁਰਬਾਣੀ ਦੀਆਂ ਡਿਸਕਸ ਹੋ ਚੁੱਕਿਆ ਕਿ ਬਾਰ ਪਰਾਏ ਵੈਸਨਾ ਸਾਈਂ ਜਿਹਨਾਂ ਦੇ ਜੇਤੂ ਐਵੇਂ ਰੱਖੀ। दूसरा कंसेप्ट है कि देश शुभ कर्म ते कब होना तो ना डरवान सो जाहिर रहो निश्चय कर, ऐसा सारा शब्द हो गया। एक होर कंसेप्ट मैं डिस्कस करना चाहना, कबीर जी का श्लोक है। कबीर जी का श्लोक है, कबीर बैसनों की कुकर पली, साकत की बुरी माए। वो कहते भी ਜਿਹੜੇ ਚੰਗੇ ਇਨਸਾਨ ਦੀ ਤੇ ਮੈਨੂੰ ਜਿਹੜੀ ਗੁਲਾਮੀ ਕਰਨੀ ਦੀ ਪ੍ਰਵਾਹ ਹੈ। ਕੁਕਰ ਦਾ ਮਤਲਬ ਨੌਕਰੀ ਕਰਨੀ ਕਹ ਲਓ, ਗੁਲਾਮੀ ਕਹ ਲਓ। ਗੁਲਾਮ ਸ਼ਬਦ ਗੁਰਬਾਣੀ ਚ ਬੜੀ ਵਾਰੀ ਆਉਂਦਾ ਹੈ। ਕਹੋ ਕਬੀਰ ਗੁਲਾਮ ਕਰਦਾ ਜਾਏ ਭਾਵੇਂ ਮਾਰ, ਹਾਂਜੀ। ਤੋ ਇਸ ਤਰ੍ਹਾਂ ਮਤਲਬ ਕਹਿੰਦੇ ਸਾਕਤ ਕੀ ਬੁਰੀ ਮਾਏ, ਪਰ ਮੈਨੂੰ ਮਾੜੇ ਬੰਦੇ ਦਾ ਲੀਡਰ ਵੀ ਬਣਾ ਦੋਗੇ ਤੇ ਮੇਰੇ ਪਾਸੇ ਉਹ। ਜਿਸ ਤਰ੍ਹਾਂ ਹੁਣੇ ਭਾਈ ਸਾਹਿਬ ਹਰਵਿੰਦਰ ਸਿੰਘ ਨੇ ਕਿਹਾ ਸੀ ਕਿ ਜਿਹੜੀ ਲੀਡਰਸ਼ਿਪ ਹੈਗੀ ਹੈ ਨਾ, ਉਹ ਅਲਟੀਮੇਟਲੀ ਜਦੋਂ ਵੋਟਿੰਗ ਸਿਸਟਮ ਰਿਪਰੈਜ਼ੈਂਟ ਕਰਦੀ ਪਬਲਿਕ ਵਿਊ ਨੂੰ। ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸਦਾ, ਅਸੀਂ ਪੀਸੀਐਮ ਦੇ ਵਿੱਚ ਜੌਬ ਦੇ ਵਿੱਚ ਸਾਡੀਆਂ ਐਸੋਸੀਏਸ਼ਨ ਹੁੰਦੀਆਂ ਤੇ ਮੇਰੇ ਖਾਸ ਦੋਸਤ ਜਿਹੜੇ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਨ, ਮੈਂ ਵੀ ਉਹਦੇ ਵਿੱਚ ਉਹਦੇ ਦੱਸਦਾ। ਤੇ ਜਦੋਂ ਆਪਸ ਡਿਸਕਸ਼ਨ ਹੁੰਦੀ ਤੇ ਮੈਂ ਉਹਨਾਂ ਨੂੰ ਕਹਿਣਾ, ਦੇਖੋ ਤੁਸੀਂ ਕਹਿਣ ਨੂੰ ਲੀਡਰ ਹੋ, ਪਰ ਕੀ ਸਾਡੇ 'ਚ ਹਿੰਮਤ ਹੈਗੀ ਅਸੀਂ ਆਪਣੇ ਕੈਡਰ ਨੂੰ ਉਹਦੀ ਗਲਤੀ ਦੱਸ ਸਕੀਏ? ਡਾਕਟਰ ਇਹ ਚੀਜ਼ ਦੱਸ ਸਕੇ ਕਿ ਤੁਸੀਂ ਕਿਸ ਤਰ੍ਹਾਂ ਤੇ ਗਲਤ ਹੋ, ਤੁਹਾਡੀ ਡਿਊਟੀ ਜ਼ਿਆਦਾ ਕਰਨਾ, ਲੋਕਾਂ ਦੀ ਸੇਵਾ ਕਰਨਾ, ਇਸ ਤਰ੍ਹਾਂ ਦਾ ਫਰਜ਼ ਬਣਦਾ ਹੈ। ਮੈਂ ਕਿਹਾ ਅਸੀਂ ਲੀਡਰ ਬਣ ਕੇ ਸਿਰਫ ਤੇ ਸਿਰਫ ਆਪਣੀ ਜਿਹੜੀ ਕਲਾਸ ਹੈ ਉਹਨੂੰ ਉਹਦੇ ਰਾਈਟ ਦੱਸਣੇ ਸ਼ੁਰੂ ਕਰ ਦਿੰਦੇ ਆ, ਪਰ ਸਾਡੇ 'ਚ ਹਿੰਮਤ ਨਹੀਂ ਹੁੰਦੀ ਕਿ ਅਸੀਂ ਉਹਨਾਂ ਨੂੰ ਡਿਊਟੀ ਕੀ ਦੱਸੀਏ ਕਿ ਤੁਹਾਡਾ ਇਹ ਸੰਸਾਰ ਦਾ ਕੋਈ ਫਰਜ਼ ਹੈ। ਜਦ ਤੱਕ ਅਸੀਂ ਉਹ ਕੰਮ ਨਹੀਂ ਕਰਦੇ, ਅਸੀਂ ਲੀਡਰ ਨਹੀਂ ਹੈਗੇ, ਅਸੀਂ ਡਰਾਮਾ ਕਰ ਰਹੇ, ਅਸੀਂ ਗੁਲਾਮੀ ਕਰ ਰਹੇ ਹਾਂ। ਜਿੱਦਾਂ ਫਿਰ ਮੈਂ ਇਹ ਬੰਦੀ ਯੂਜ਼ ਕਰਦਾ ਹੁੰਦਾ ਵੀ ਸਲੋਗਨ ਹੈ ਨਾ, ਸੁਖ ਕੇ ਹੈ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰਿਆ ਦੁਆਰ ਸਵਾਨ ਜੋ ਡੋਲਤ ਮੈਂ ਸੁਖ ਰਾਮ ਕਰੇ। ਉਹ ਕਹਿੰਦੇ ਤੂੰ ਸੁੱਖ ਦੀ ਆਸ ਦੇ ਨਾਲ ਪਹਿਲਾਂ ਹੀ ਜੇ ਤੂੰ ਕਰਦਾ ਤੇ ਧੱਕੇ ਖਾਣੇ ਸ਼ੁਰੂ ਕਰਤੇ, ਹਰ ਕਿਸੇ ਦੀ ਗੁਲਾਮੀ ਸ਼ੁਰੂ ਕਰਤੀ ਹੈ, ਕਹਿੰਦਾ ਸੁੱਖ ਨਹੀਂ ਮਿਲ ਸਕਦਾ। ਸੋ ਸੁਸਾਇਟੀ ਦੇ ਵਿੱਚ ਆਜ਼ਾਦੀ ਵਾਸਤੇ ਜੇ ਅਸੀਂ ਸੰਸਾਰੀ ਪੱਧਰ ਤੇ ਦੇਖੀਏ ਤੇ ਜਿਹੜੀ ਕਿਸੇ ਦੇਸ਼ ਤੋਂ ਕਿਸੇ ਮਤਲਬ ਜਿਹੜੀ ਆਜ਼ਾਦੀ ਹੈ ਨਾ, ਆਮ ਤੌਰ ਤੇ ਉਹ ਡਿਵੀਜ਼ਨ ਦਾ ਨਾਂ ਲਿੱਤਾ ਗਿਆ। ਹਿੰਦੁਸਤਾਨ ਦੀ ਆਜ਼ਾਦੀ ਅਸੀਂ ਲੈ ਲਈਏ ਤੇ ਕੀ ਹੋਇਆ, ਦੇਸ਼ ਦੀਆਂ ਵੰਡ ਪੈ ਗਈ, 1 ਤੋਂ 2 ਬਣ ਕੇ ਤੇ ਫਿਰ 3 ਹੋ। USSR ਟੁੱਟਿਆ, ਅੱਜ ਕੱਲ੍ਹ ਯੂਕਰੇਨ ਦੀ ਲੜਾਈ ਲੱਗੀ ਹੋਈ ਹੈ। ਤੇ ਜਿਹੜਾ ਅਮਰੀਕਾ ਹੈ ਹੁਣ ਉਹਨੇ ਨਾਟੋ ਇੱਕ ਐਸੋਸੀਏਸ਼ਨ ਬਣਾਈ ਹੈ। ਉਹਦੇ ਚ ਕੀ ਹੈ ਕਿ ਹਰ ਬੰਦੇ ਦਾ ਆਪਣਾ ਵਜੂਦ ਵੀ ਕਾਇਮ ਹੈ, ਪਰ ਉਹ ਮਿਲੀਟੈਰਲੀ ਇੱਕ ਦੂਜੇ ਨਾਲ ਜੁੜ ਗਿਆ। ਸੋ ਆਜ਼ਾਦੀ ਨੂੰ ਜਿਹੜਾ ਐਕਸਪਲੇਨ ਕਰਨਾ ਆਪਣਾ ਇਹ ਬੜਾ ਟਫ ਕੰਮ ਹੈ। ਆਜ਼ਾਦੀ ਜਿਹੜੀ ਉਹ ਕਦੇ ਹੱਦਬੰਦੀ ਵਿੱਚ ਨਹੀਂ ਹੋ ਕਿ ਮੈਂ ਜੇ ਹਿੰਦੁਸਤਾਨ ਦੀ ਹੱਦ ਵਿੱਚ ਆ ਤੇ ਆਜ਼ਾਦੀ ਨਹੀਂ ਹੋ ਸਕਦੀ। ਮੈਂ ਹਿੰਦੁਸਤਾਨ ਦੇ ਜੇ ਕੇਵਲ ਸਿੱਖ ਦਾ ਸੋਚਾਂ ਤੇ ਚਲੋ ਸਿੱਖਾਂ ਦੀ ਗੱਲ ਹੀ ਕਰ ਲਈਏ ਤੇ ਮੇਰੇ ਬਾਹਰ ਬੈਠੇ ਸਿੱਖ ਭਰਾਵਾਂ ਦਾ ਕੀ ਬਣਦਾ, ਉਹਨਾਂ ਬਾਰੇ ਮੇਰਾ ਕੀ ਵਿਚਾਰ ਹੈ। ਸੋ ਜਿਹੜੀ ਆਜ਼ਾਦੀ ਹੈ
ਇਸੇ ਤਰ੍ਹਾਂ ਇਕੱਲੇ ਸਿੱਖ ਦੀ ਨਹੀਂ ਮੇਨਟੇਨ ਹੋ ਸਕਦੀ, ਆਜ਼ਾਦੀ ਸਾਰਿਆਂ ਦੀ ਮੇਨਟੇਨ ਹੋ ਸਕਦੀ ਹੈ। ਮੈਂ ਇੱਕੋ ਉਦਾਹਰਨ ਦੇ ਕੇ ਬਸ ਖਤਮ ਕਰਾਂਗਾ। ਇੱਕ ਥੋੜ ਵਧਾਉਣ ਲੱਗਿਆ ਸੀ ਨਕਸ਼ਾ ਖੱਚੀ ਦਾ, ਆਜ਼ਾਦੀ ਦਾ ਇੱਕ ਥੋੜ ਬਣਾ ਰਿਹਾ ਸੀ ਤੇ ਮੇਰੇ ਮਨ ਦੇ ਵਿੱਚ ਕੀ ਆ ਗਿਆ ਕਿ ਆਜ਼ਾਦੀ ਕਿਸ ਨੂੰ ਕਹਿੰਦੇ ਆਪਾਂ। ਤੇ ਮੈਂ ਉਦਾਹਰਨ ਮੇਰੇ ਸਾਹਮਣੇ ਆ ਗਈ ਕਿ ਮੰਨ ਲਓ ਕਿ ਇੱਕ ਮਗਰਮੱਛ ਹੈ, ਮਗਰਮੱਛ ਜਿਹੜਾ ਹੈ ਉਹ ਮਗਰਮੱਛਾਂ ਦੀ ਗਿਣਤੀ ਹੈਗੀ ਹੈ, ਉਹਨੇ ਇੱਕ ਰੂਲ ਬਣਾ ਦਿੱਤਾ ਕਿ ਮੇਰੇ ਕੋਲ ਮੈਨੂੰ ਸਟਰਗਲ ਨਾ ਕਰਨਾ ਪਵੇ, ਮੈਂ ਬਾਦਸ਼ਾਹ ਵਾਂ ਜਾਂ ਸ਼ੇਰ ਦੀ ਧਾਰਨ ਲੈ ਲਓ। ਤੇ ਉਹ ਕਹਿੰਦਾ ਕਿ ਮੇਰੇ ਕੋਲ ਰੋਜ਼ ਇੱਕ ਜੀਵ ਆ ਜਾਣਾ ਚਾਹੀਦਾ, ਮੈਂ ਉਹਨੂੰ ਖਾਣਾ ਹੈ ਤੇ ਮੈਂ ਬਾਕੀਆਂ ਨੂੰ ਤੰਗ ਨਹੀਂ ਕਰਾਂਗਾ, ਆਪਣੀ ਵਾਰੀ ਬਣ। ਤੇ ਜਿਹੜਾ ਮਗਰਮੱਛ ਦਾ ਬੱਚਾ ਹੈ ਉਹਦੀ ਇੱਕ ਬੱਕਰੀ ਨਾਲ ਦੋਸਤੀ ਹੈ, ਬੱਕਰੀ ਦੇ ਬੱਚੇ ਨਾਲ। ਉਹ ਹੁਣ ਜਦੋਂ ਆਖਰੀ ਦਿਨ ਸਾਰੇ ਜਾਨਵਰ ਮਰਨਾ ਸ਼ੁਰੂ ਹੋ ਜਾਂਦੇ ਨੇ ਤੇ ਆਖਰ ਤੇ ਇੱਕ ਬੱਕਰੀ ਰਹਿ ਜਾਂਦੀ ਹੈ, ਬੱਕਰੀ ਦਾ ਬੱਚਾ, ਜਿਹੜਾ ਕਿ ਉਹ ਮਗਰਮੱਛ ਦਾ ਦੋਸਤ ਹੈ। ਤੇ ਉਹ ਰੋਂਦਾ ਹੈ। ਮਗਰਮੱਛ ਦਾ ਬੱਚਾ ਕਹਿੰਦਾ ਤੂੰ ਰੋਣਾ ਕਿਉਂ ਹੈ, ਵੀ ਤੇਰੀ ਅੱਜ ਵਾਰੀ ਆਣੀ ਹੈ ਸਵਸਥ ਹੁੰਦਾ। ਉਹ ਕਹਿੰਦਾ ਨਹੀਂ, ਮੈਂ ਇਸ ਲਈ ਨਹੀਂ ਰੋਂਦਾ, ਮੈਂ ਰੋਣਾ ਹੈ ਮੈਂ ਕਿ ਜਦੋਂ ਮੇਰੀ ਮੌਤ ਹੋ ਜਾਏਗੀ ਤੇ ਸਿਰਫ ਮਗਰਮੱਛ ਹੀ ਰਹਿ ਜਾਏਗਾ ਤੇ ਫਿਰ ਮਗਰਮੱਛ ਹੀ ਮਗਰਮੱਛ ਨੂੰ ਖਾਏਗਾ ਤੇ ਸਭ ਤੋਂ ਪਹਿਲਾਂ ਤੇਰੀ ਵਾਰੀ ਆਣੀ ਹੈ ਕਿ ਤੂੰ ਮਗਰਮੱਛਾਂ ਚੋਂ ਸਭ ਤੋਂ। ਸੋ ਜੋ ਅਸੀਂ ਇਮੈਜਿਨ ਕਰ ਲੈਂਦੇ ਹਾਂ ਨਾ ਕਿ ਸਿੱਖ ਖਰੇ ਵੱਖਰਾ ਦੇਸ਼ ਮਿਲ ਜਾਏਗਾ, ਆਜ਼ਾਦ ਹੋ ਜਾਵੇ, ਨਹੀਂ, ਜਦੋਂ ਵੱਖਰਾ ਦੇਸ਼ ਮਿਲ ਜਾਏਗਾ ਨਾ ਤੇ ਸਿੱਖ ਨੂੰ ਮਾਰਨਾ ਕਿਉਂ? ਪਾਵਰ ਕਰਪਟ ਐਂਡ ਐਬਸੋਲੂਟ ਪਾਵਰ ਐਬਸੋਲੂਟਲੀ। ਸੋ ਜਦ ਤੱਕ ਅਸੀਂ ਆਚਰਨ ਨੂੰ ਅਡਾਪਟ ਨਹੀਂ ਕਰਦੇ ਤਦ ਤੱਕ ਆਜ਼ਾਦੀ ਦੀ ਪਰਿਭਾਸ਼ਾ ਡਿਫਾਈਨ ਨਹੀਂ ਹੈ। ਦੈਟਸ ਆਲ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਜੀ ਤੁਹਾਡੇ ਪਰਸਪੈਕਟਿਵ ਦੇ ਬਾਰੇ ਤੇ ਜੋ ਤੁਸੀਂ ਆਪਦੇ ਵਿਚਾਰ ਪੇਸ਼ ਕੀਤੇ ਨੇ। ਹਾਂਜੀ ਵੀਰ ਜੀ, ਡਾਕਟਰ ਕਿਰਪਾਲ ਸਿੰਘ, ਤੁਸੀਂ ਕੀ ਕਹਿਣਾ ਚਾਹੋਗੇ? ਸੋ ਸਾਡੇ ਆਲ ਜਿਹੜੇ ਆਜ਼ਾਦੀ ਦੀਆਂ ਗੱਲਾਂ ਅਸੀਂ ਕਰ ਰਹੇ ਹਾਂ, ਸਿੱਖੀ ਦੇ ਵਿੱਚ ਗੁਰਮਤ ਦਾ ਪਰਸਪੈਕਟਿਵ ਵੀ ਹੈ, ਸੋ ਸਾਡੇ ਲਈ ਕੀ ਲੈਸਨਸ ਨੇ? ਇੱਕ ਆਜ਼ਾਦ ਹਾਸੀ ਹੋਣ ਦੇ ਨਾਤੇ ਸਿੱਖਾਂ ਨੂੰ ਕਿਸ ਤਰ੍ਹਾਂ ਵਿਚਰਨਾ ਚਾਹੀਦਾ ਹੈ? ਫਿਰ ਕੀ ਸਾਡੇ ਲਈ ਲੈਸਨਸ ਹੈ, ਕੀ ਕਰਨਾ ਚਾਹੀਦਾ? Thank you. I think it's a very good question. I like to address that. ਆਪਾਂ ਭਾਟੀਆ ਸਾਹਿਬ ਨੂੰ ਟਾਈਮ ਦੇ ਦਿੱਤਾ? ਨਹੀਂ ਹਲੇ ਦਿੱਤਾ, ਉਹ ਤੇ ਸਦਾ ਕਲਿਆਣ ਸਿੰਘ ਹੁਣੀ ਦੋਨੋਂ ਰਹਿੰਦੇ ਨੇ, ਦੇ ਵਰ ਦ ਮੇਨ ਸਪੀਕਰਸ ਲਾਸਟ ਟਾਈਮ, ਸੋ ਉਹਨਾਂ ਨੂੰ ਅੱਜ ਐਤਕੀ ਬਾਅਦ ਚ ਦੇਣਾ ਟਾਈਮ ਤਾਂ ਕਿ ਇਟਸ ਜਸਟ ਫੇਅਰ ਟੂ ਆਲ ਆਫ them also। ਹਾਂਜੀ, ਇਹਨਾਂ ਸੱਜਣਾ ਨੂੰ ਅੱਜ ਟਾਈਮ ਮਿਲ, ਪਿਛਲੀ ਦਫਾ ਨਹੀਂ ਸੀ ਮਿਲਿਆ ਟਾਈਮ। ਹਾਂਜੀ, ਥੈਂਕ ਯੂ। ਦੇਖੋ ਜੀ, ਪਹਿਲੀ ਤਾਂ ਗੱਲ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਨੇ ਐਂਡ ਇਹਦੇ ਨਾਲ ਹੀ ਸਾਡਾ ਗਿਆਨ ਵੱਧਦਾ ਜਦੋਂ ਇੱਕ ਦੂਜੇ ਦੀ ਅਸੀਂ ਡਾਇਲਾਗ ਕਰਦੇ ਹਾਂ। ਸਾਡੇ ਦੇਖੋ ਗੁਰੂ ਨਾਨਕ ਸਾਹਿਬ ਦੇ ਜੀਵਨ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਗੁਰੂ ਨਾਨਕ ਸਾਹਿਬ ਤਲਵੰਡੀ ਨਹੀਂ ਬੈਠੇ ਰਹੇ। ਉਹਨਾਂ ਨੇ ਆਪਣੇ ਪਰਿਵਾਰ ਨੂੰ ਵੀ ਪਿੱਛੇ ਛੱਡ ਕੇ, ਆਪਣੇ ਕਾਰੋਬਾਰ ਨੂੰ ਛੱਡ ਕੇ ਦੁਨੀਆ ਦੀ ਭਲਾਈ ਦੇ ਲਈ, ਉਹਨਾਂ ਨਾਲ ਵਿਚਾਰ ਸਾਂਝੇ ਕਰਨ ਦੇ ਲਈ ਕਿੱਡੀ ਕਿੱਡੀ ਦੂਰ ਗਏ। ਨਾਲ ਉਹਨਾਂ ਦਾ ਦੋਸਤ ਭਾਈ ਵਰਦਾਨਾ ਸੀਗਾ ਤੇ ਉਹਨਾਂ ਨੇ ਜਾ ਕੇ ਉੱਥੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਨਵੀਆਂ ਸੰਗਤਾਂ ਕ੍ਰੀਏਟ ਕੀਤੀਆਂ ਤਾਂ ਕਿ ਉਹਨਾਂ ਦੀ ਜਿਹੜੀ ਵਿਚਾਰਧਾਰਾ ਉਹ ਹੋਰ ਪ੍ਰਫੁੱਲਤ ਹੋ ਸਕੇ ਤੇ ਉਹਨਾਂ ਦੇ ਨਾਲ ਗਾਂ ਦੀ ਗਾਂ ਹੋਰ ਵੀ ਹੈਗੇ ਨੇ ਸਮਾਜਿਕ ਜਿਹੜੀਆਂ ਚੇਂਜਸ ਆ ਸਕਣ। ਜਿਹੜੇ ਉਤਾਰ ਚੜਾਅ ਨੇ ਜ਼ਿੰਦਗੀ ਦੇ ਬਣੇ ਹੋਏ ਨੇ, ਕਦੇ ਕਿਸੇ ਦੀ ਜਿੱਤ ਹੋ ਗਈ, ਕਦੇ ਕਿਸੇ ਦੀ ਹਾਰ ਹੋ ਗਈ। ਸਵਾਲ ਇਹ ਆ ਕਿ ਵੀ ਅਸੀਂ ਦੁਬਾਰਾ ਕਿਵੇਂ ਆਪਣੇ ਆਪ ਨੂੰ ਰੀਐਸਟੈਬਲਿਸ਼ ਕਰਨਾ। ਉਹ ਰੀਐਸਟੈਬਲਿਸ਼ ਕਰਨ ਦੇ ਲਈ ਸਾਨੂੰ ਸਾਡੇ ਇਤਿਹਾਸ ਤੋਂ ਸਮਝਣ ਦੀ ਲੋੜ ਹੈ। ਜਿਵੇਂ ਪਾਰਟੀਸ਼ਨ ਹੋ ਗਈ ਜਾਂ ਸਿੱਖ ਰਾਜ ਚੱਲ ਗਿਆ ਜਾਂ ਹੋਰ ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਹੋਈਆਂ, ਬਾਬਾ ਬੰਦਾ ਸਿੰਘ ਤੋਂ ਬਹਾਦਰ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਉਦੋਂ ਵੀ, ਪਰ ਫਿਰ ਵੀ ਅਸੀਂ ਮੁੜ ਕੇ ਇੱਕ ਪਹਿਲਾਂ ਨਾਲੋਂ ਜ਼ਿਆਦਾ ਹੀ ਸਟਰੋਂਗ ਬਣੇ ਹੈਗੇ ਆ। ਪਰ ਹੁਣ ਕੀ ਗੱਲ ਹੋ ਰਹੀ ਹੈ, ਕਿਉਂ ਸਾਡੇ ਵਿੱਚ ਉਹ ਜਿਹੜੀ ਚੀਜ਼ ਆ ਨਹੀਂ ਰਹਿ ਰਹੀ। ਮੇਰਾ ਆਪਣਾ ਵਿਚਾਰ ਇਹ ਹੈ ਕਿ ਵੀ ਅਸੀਂ ਕਈ ਵਾਰੀ ਆਪਣੇ ਘਾਤਕ ਆਪ ਹੀ ਬਣ ਜਾਂਦੇ ਹਾਂ। ਜਿਵੇਂ ਮਿਸਾਲ ਦੇ ਤੌਰ ਤੇ ਲੋਕ ਤਾਂ ਕਹਿੰਦੇ ਸਾਡੀ ਗਿਣਤੀ ਵਧੇ, ਅਸੀਂ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਕਿਸੇ ਨੇ ਗਲਤੀ ਕੀਤੀ ਉਹਨੂੰ ਵੀ ਕੱਢਤਾ ਬਾਹਰ, ਉਹਨੂੰ ਵੀ ਕੱਢਤਾ, ਆਪਦੀਆਂ ਵੰਡੀਆਂ ਜਿਹੜੀਆਂ ਨਾ ਖੇਰੂ ਕਰੀ ਜਾਂਦੇ ਆ ਆਪਣੇ ਪੰਥ ਨੂੰ, which is not ਮਹਾਰਾਜ ਦਾ ਜਿਹੜਾ ਜਦੋਂ ਵਿਚਾਰ ਕਰਦੇ ਨੇ ਪੇਸ਼ ਕਿ ਵੀ ਸਭੇ ਸਾਂਝੀ ਵਾਲ ਸਦਾ ਇਨਕੋ ਇਹਨਾਂ ਦੱਸਿਆ ਬਾਰਾ ਜੀਓ, ਤੇ ਉਹਨਾਂ ਨੂੰ ਅਸੀਂ ਪ੍ਰੇਮ ਪਿਆਰ ਦੇ ਨਾਲ ਕਿਵੇਂ ਇੱਕ ਦੂਜੇ ਦੇ ਨੇੜੇ ਲੈ ਕੇ ਆਈਏ। ਦੂਜਾ, ਜਿਹੜੇ ਸਾਡੇ ਸਮਾਜ ਦੇ ਵਿੱਚ ਕੁਰੀਤੀਆਂ ਨੇ ਜਿਵੇਂ ਅਬੋਰਸ਼ਨ ਵਗੈਰਾ, ਸੈਕਸ ਸਿਲੈਕਸ਼ਨ ਜਿਹੜੀਆਂ ਨੇ ਉਹਨਾਂ ਦੀਆਂ, ਉਹ ਚੀਜ਼ਾਂ ਅਸੀਂ ਆਪਣੀ ਗਿਣਤੀ ਆਪ ਘਟਾ ਰਹੇ ਹਾਂ। ਲੋਕ ਤਾਂ ਵਧਾ ਦੇ ਰਹੇ ਆਪਣੀ ਗਿਣਤੀ ਨੂੰ, ਅਸੀਂ ਆਪਣੀ ਗਿਣਤੀ ਨੂੰ ਘਟਾ ਰਹੇ ਹਾਂ। ਤੇ ਉਹ ਵੀ ਸਾਨੂੰ ਸਮਝਣ ਦੀ ਲੋੜ ਹੈ, ਧਿਆਨ ਦੇਣ ਦੀ ਲੋੜ ਹੈ ਕਿ ਵੀ ਕਿਵੇਂ ਅਸੀਂ ਆਪਣਾ ਜਿਹੜਾ ਹੈਗਾ ਫੈਮਿਲੀ ਪਲੈਨਿੰਗ ਤੇ ਕਿਸ ਹਿਸਾਬ ਨਾਲ ਕਰੀਏ। ਇਹ ਨਹੀਂ ਕਿ ਸਾਡੀ ਜਿਹੜੀ ਹੈਗੀ ਆ ਉਹ ਘਟਦੀ ਜਾਵੇ।
ਤੀਜਾ ਜਿਹੜਾ ਵੀ ਧਰਮ ਪ੍ਰਫੁੱਲਿਤ ਕਰਦਾ ਨਾ ਉਹਦੇ ਵਿੱਚ ਬਹੁਤ ਲੈਂਗੁਏਜ ਹੋਰ ਹੋ ਜਾਂਦੀਆਂ, ਜਿਵੇਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੀਆਂ ਚਾਵੇਂ ਲਿਪੀ ਜਿਹੜੀ ਗੁਰਮੁਖੀ ਆ ਪਰ ਭਾਸ਼ਾਵਾਂ ਕਿੰਨੀਆਂ ਨੇ। ਇਸੇ ਤਰ੍ਹਾਂ ਜਿਹੜੇ ਦੂਜੇ ਬੰਦੇ ਆ ਜਾਂਦੇ ਨੇ ਸਾਡੇ ਕਿਸੇ ਸ਼ਾਦੀ ਦੇ ਰੂਪ ਦੇ ਵਿੱਚ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਸਾਡੇ ਵਿੱਚ ਦਾਖਲ ਹੋ ਜਾਂਦੇ ਨੇ, ਉਹਨਾਂ ਨੂੰ ਸਾਨੂੰ ਜੀ ਆਇਆਂ ਕਹਿਣ ਦੀ ਲੋੜ ਹੈ, ਨਾ ਕਿ ਉਹਨਾਂ ਤੋਂ ਕੰਨੀ ਕਟਵਾਉਣ ਦੀ ਲੋੜ ਹੈ ਕਿ ਉਹਨਾਂ ਨੂੰ ਅਸੀਂ ਰੈਕਗਨਾਈਜ਼ ਨਾ ਕਰੀਏ, ਆਪਣੇ ਆਪ ਨਾਲ ਜੋੜੀਏ ਹੀ ਨਾ, ਉਹਨਾਂ ਨੂੰ ਗੁਰਸਿੱਖੀ ਦੀਆਂ ਕਦਰਾਂ ਕੀਮਤਾਂ ਨਾ ਸਿਖਾਈਏ। ਬਜਾਏ ਇਹਦੇ ਕਹਿਣੇ ਕੋਈ ਨਹੀਂ ਜੀ ਇਹ ਤਾਂ ਜਿਹੜਾ ਨਵਾਂ ਮੁਸਲਮਾਨ ਬਣਿਆ ਹੁੰਦਾ ਅੱਲਾ ਅੱਲਾ ਜ਼ਿਆਦਾ ਕਰਦਾ ਹੈ, ਇਸ ਤਰ੍ਹਾਂ ਉਹਨਾਂ ਨੂੰ ਕੰਡੈਮ ਕਰੀਏ ਬਜਾਏ ਕਹਿਣ ਦੇ। ਜਦੋਂ ਸਵਾਲ ਪੁੱਛਦੇ ਨੇ ਜਾਂ ਉਹ ਕੋਈ ਲਰਨ ਕਰਨਾ ਚਾਹੁੰਦੇ ਆ, ਉਹਨਾਂ ਨੂੰ ਸਗੋਂ ਸਾਨੂੰ ਜੋੜਨ ਦੀ ਲੋੜ ਆ ਆਪਣੇ ਆਪ ਦੇ ਨਾਲ। ਤੇ ਇਸੇ ਤਰ੍ਹਾਂ ਜਿਹੜੇ ਸਾਡੀ ਵਿਦਿਆ ਦੀ ਪ੍ਰਣਾਲੀ ਹੈ ਉਸ ਨੂੰ ਜਿਹੜਾ ਸਾਨੂੰ ਬਹੁਤ ਵਧਾਉਣ ਦੀ ਲੋੜ ਹੈ, ਉਹਦਾ ਉਸੇ ਤਰ੍ਹਾਂ ਹੀ ਐਸਟੈਬਲਿਸ਼ ਹੋਣੀ ਹੈ ਘਰ ਘਰ ਅੰਦਰ ਧਰਮਸ਼ਾਲਾ। ਜੇ ਉਹ ਨਾ ਸ਼ੁਰੂਆਤ ਕੀਤੀ ਗਈ, ਜੇ ਇਹੀ ਅਸੀਂ ਵਿਚਾਰ ਕਰਦੇ ਰਹੇ ਕਿ ਵੀ ਫਲਾਨੀ SGPC ਕਰੂਗੀ ਆ ਕੇ ਜਾਂ ਗਵਰਨਮੈਂਟ ਕਰੂਗੀ, ਇਹ ਜਿਹੜੀਆਂ ਨੇ ਸਿੱਖੀ ਦੀ ਰਵਾਇਤਾਂ ਨਹੀਂ। ਸਿੱਖੀ ਦੀ ਤਾਂ ਰਵਾਇਤ ਇਹ ਆ, ਮਹਾਰਾਜ ਕਹਿੰਦੇ ਸਿੱਖ ਆਪ ਗੁਰਮੁਖੀ ਸਿੱਖੇ ਤੇ ਦੂਜੇ ਨੂੰ ਸਿਖਾਏ। ਜਾਂ ਇਸੇ ਤਰ੍ਹਾਂ ਹੀ ਬਾਕੀ ਵੰਡ ਕੇ ਛਕਣਾ ਦਾ ਪ੍ਰਿੰਸੀਪਲ ਕਹਿੰਦਾ ਜੇ ਮੇਰੇ ਕੋਲ ਕੋਈ ਗੁਣ ਹੈਗਾ ਕੀਤਾ ਮੈਂ ਉਹ ਦੂਜੇ ਨੂੰ ਵੀ ਸਿਖਾਵਾਂ, ਤਾਂ ਕਿ ਅਸੀਂ ਰਲ ਮਿਲ ਕੇ ਇੱਕ ਦੂਜੇ ਦਾ ਹੱਥ ਵਧਾ ਕੇ ਅਗਾਂਹ ਵੱਧ ਸਕੀਏ, ਬਜਾਏ ਇਹਦੇ ਕਿ ਇੱਕ ਦੂਜੇ ਦੀ ਲੱਤ ਖਿੱਚਣ ਦੀ ਗੱਲ ਕਰੀਏ ਕਿ ਉਹਨੂੰ ਜੇ ਮੇਰੇ ਪਤਾ ਲੱਗ ਗਿਆ ਤਾਂ ਮੇਰਾ ਕੰਮ ਖਰਾਬ ਹੋ ਜਾਊਗਾ। ਸੋ ਸਾਨੂੰ ਜਿਹੜੇ ਸਾਡੇ ਅਸੂਲ ਨੇ, ਜਿਹੜੇ ਜਿਵੇਂ ਪ੍ਰਚਾਰ ਜਿਹੜੇ ਹੁਣ ਲੰਗਰ ਛਕਾਉਣੇ ਆ, ਲੰਗਰ ਛਕਾਉਣ ਦਾ ਮਤਲਬ ਇਹ ਨਹੀਂ ਇਕੱਲਾ ਕਿ ਵੀ ਤੁਸੀਂ ਜਿਹੜੇ ਆ ਬੰਦਿਆਂ ਨੂੰ ਪਰਵਾਹ ਹੀ ਨਾ ਕਰੋ, ਸਾਰੇ ਲੰਗਰ ਤੇ ਪੈਸੇ ਖਰਚ ਕੇ ਜਾਂ ਗੁਰਦੁਆਰਿਆਂ ਤੇ ਖਰਚ ਕੇ ਤੁਸੀਂ ਆਪਣਾ ਜਿਹੜਾ ਹੈਗਾ ਜਿਹੜੀਆਂ ਜੜ੍ਹਾਂ ਤੁਹਾਡੀਆਂ ਉਹਨਾਂ ਨੂੰ ਸੁਰਜੀਤ ਹੀ ਨਾ ਕਰੋ, ਤੇ ਫਿਰ ਤੁਸੀਂ ਕਹੋਗੇ ਸਾਡਾ ਵੀ ਬੁਰਾ ਹਾਲ ਕਿਉਂ ਹੋ ਜਾਂਦਾ। ਨਾਲੇ ਲੰਗਰ ਛਕਾਉਣ ਦੇ ਨਾਲ ਇਹ ਵੀ ਦੱਸਣ ਦੀ ਲੋੜ ਆ ਕਿ ਵੀ ਭਾਈ ਇਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ ਕਿ ਉਹਨਾਂ ਦੇ ਜਿਹੜੇ 20 ਰੁਪਏ ਦਿੱਤੇ ਸੀ ਉਹਨਾਂ ਦੇ ਪਿਤਾ ਜੀ ਨੇ, ਉਹਨਾਂ ਨੇ ਕਿਵੇਂ ਪ੍ਰਫੁੱਲਿਤ ਕਰ ਰਹੇ ਨੇ, ਤਾਂ ਕਿ ਗਰੀਬ ਦੀ ਸੇਵਾ ਦੇ ਵਿੱਚੋਂ ਹੀ ਰੱਬ ਨੂੰ ਪ੍ਰਾਪਤ ਕਰਨਾ ਇਹ ਸਾਡੇ ਧਰਮ ਦਾ ਹਿੱਸਾ ਹੈ। ਉਹ ਗੱਲਾਂ ਜਿਹੜੀਆਂ ਨੇ ਆਪ ਵਿਚਾਰਨੀਆਂ ਤੇ ਦੂਜਿਆਂ ਦੇ ਨਾਲ ਸ਼ੇਅਰ ਕਰਨੀਆਂ ਵੀ ਜ਼ਰੂਰੀ ਨੇ। ਸਿਰਫ ਇਹ ਨਹੀਂ ਵੀ ਰੋਟੀ ਪਾਣੀ ਛਕਾਤਾ ਤੇ ਅਗਲੇ ਦੇ ਮਨ ਨੂੰ ਠੀਕ ਆ ਉਹਨੇ ਥੈਂਕ ਯੂ ਕਹਿ ਕੇ ਅਗਾਂਹ ਚਲੇ ਗਏ। ਇਹ ਸਾਡਾ ਫਰਜ਼ ਹੈ ਪ੍ਰਚਾਰ ਕਰਨਾ, ਆਪਣੇ ਆਪ ਵਿੱਚ ਪ੍ਰਚਾਰ ਕਰਨਾ ਤੇ ਦੂਜਿਆਂ ਨਾਲ ਸਾਂਝ ਕ੍ਰੀਏਟ ਕਰਨੀ, ਤਾਂ ਕਿ ਜਿਹੜੀ ਸਿੱਖੀ ਦੀ ਅਵੇਅਰਨੈਸ ਹੈ ਲੋਕਾਂ ਦੇ ਵਿੱਚ ਵੱਧ ਸਕੇ। ਫਿਰ ਸਿੱਖੀ ਕੋਈ ਇਸ ਲਈ ਨਹੀਂ ਹੈ ਕਿ ਜਿਹੜੇ ਗੁਰਬਾਣੀ ਕੇ ਸਿਰਫ ਸਾਡੇ ਸਿੱਖਾਂ ਲਈ ਹੋਈ ਉਹਦੇ ਵਿੱਚ ਹੈ, ਇਹ ਸਾਰਾ ਜਗਤ ਹੈ। ਗੁਰੂ ਨਾਨਕ ਸਾਹਿਬ ਜਗਤ ਦੇ ਗੁਰੂ ਸੀਗੇ, 10 ਪਾਤਸ਼ਾਹ ਜਗਤ ਦੇ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਜਗਤ ਦੇ ਗੁਰੂ ਨੇ। ਉਹਨਾਂ ਤੇ ਜੋ ਵੀ ਸਾਡੇ ਅਸੂਲ ਨੇ, ਜੇ ਕੋਈ ਪੜ੍ਹ ਕੇ ਇਹਦੇ ਵਿੱਚੋਂ ਵਿਚਾਰ ਕਰਕੇ ਕੋਈ ਨਵੀਂ ਗੱਲ ਸਿੱਖ ਕੇ ਆਪਣੇ ਆਪ ਨੂੰ ਅੱਗੇ ਵਧਾ ਸਕਦਾ ਤੇ ਸਾਨੂੰ ਉਸਦਾ ਅਪਲਾਡ ਕਰਨਾ ਚਾਹੀਦਾ, ਉਸਦੀ ਬੱਲੇ ਬੱਲੇ ਕਰਨੀ ਚਾਹੀਦੀ ਹੈ, ਤੇ ਨਾਲੇ ਉਹਦੇ ਤੋਂ ਸਬਕ ਸਿੱਖ ਕੇ ਆਪਣੇ ਆਪ ਨੂੰ ਵਧਾਉਣ ਦੀ ਲੋੜ ਹੈਗੀ ਹੈ। ਨਾ ਕਿ ਅਸੀਂ ਇਹਦੀ ਜੇ ਸਤਿਕਾਰ ਕਮੇਟੀ ਆਈ ਉਹਨਾਂ ਨੇ ਉਧਰੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਵੀੜ ਖੋਲੀ, ਉਧਰ ਆਏ ਉਹਦੇ ਬਈ ਤੁਸੀਂ ਆਹ ਨਹੀਂ ਮਰਿਆਦਾ ਕੀਤੀ ਜੀ, ਉਹਨਾਂ ਦੇ ਛਿੱਤਰ ਮਾਰ ਕੇ ਚਲੇ ਗਏ। ਇਹ ਕਾਹਦਾ ਸਤਿਕਾਰ ਹੈ? ਸਤਿਕਾਰ ਤਾਂ ਇਹ ਹੈ ਗੁਰਬਾਣੀ ਦੇ, ਜਿਹੜੇ ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਵਿਚਾਰਨਾ ਤੇ ਅਮਲ ਕਰਨਾ, ਫਿਰ ਤਾਂ ਉਹਦਾ ਹੋਏ ਦਰਸ਼ਨ। ਜਿਹੜਾ ਸਿਰਫ ਇਹੀ ਆ ਉਹੀ ਬੁੱਤ ਪੂਜਾ ਸ਼ੁਰੂ ਕਰ ਦੇਣੀ, ਗੁਰੂ ਗ੍ਰੰਥ ਸਾਹਿਬ ਦੀ ਮੱਥੇ ਟੇਕ ਕੇ ਤੇ ਸਤਿਕਾਰ ਦੇ ਵਿੱਚ ਲਪੇਟ ਕੇ ਜਿਹੜਾ ਮਹਾਰਾਜ ਦਾ ਪ੍ਰਕਾਸ਼ ਵੀ ਨਹੀਂ ਕਰਨਾ, ਦੇਖਣਾ ਵੀ ਨਹੀਂ ਵਿੱਚ ਲਿਖਿਆ ਵੀ ਕੀ ਹੈ, ਉਹ ਤਾਂ ਬੇਇੱਜ਼ਤੀ ਹੈ। ਉਹਦੇ ਨਾਲ ਤਾਂ ਉਹ ਬੰਦਾ ਚੰਗਾ ਜਿਹੜਾ ਆਪਣੀ ਕੋਸ਼ਿਸ਼ ਕਰਦਾ ਕਿ ਮੈਂ ਕੁਛ ਨਾ ਕੁਛ ਗੁਰਬਾਣੀ ਦੇ ਵਿੱਚ ਪੜ੍ਹ ਕੇ ਸਿੱਖਾਂ ਤੇ ਉਹਦੇ ਤੇ ਗਾਂਹ ਚੱਲਣ ਦੀ ਕੋਸ਼ਿਸ਼ ਕਰਾਂ। ਮੈਂ ਇੰਨੇ ਵਿਚਾਰ ਸਾਂਝੇ ਕਰਨੇ ਚਾਹੁੰਦਾ ਸੀ ਕਿ ਵੀ ਸਾਨੂੰ ਆਪਣੀ ਪੀੜ੍ਹੀ ਥੱਲੇ ਝਾੜੂ ਮਾਰਨ ਦੀ ਲੋੜ ਹੈ। ਅਸੀਂ ਦੂਜਿਆਂ ਦੇ ਵਿੱਚ ਬਲੇਮ ਨਾ ਕਰੀਏ। ਹਮੇਸ਼ਾ ਵਿਰੋਧਤਾ ਤਾਂ ਚੱਲਦੀ ਆਈ ਹੈ ਲੈ ਗੁਰੂ ਨਾਨਕ ਸਾਹਿਬ ਤੋਂ, ਤੇ ਚੱਲਦੀ ਰਹਿਣੀ ਹੈ ਤੇ ਚੱਲਦੀ ਰਹੂਗੀ। ਪਰ ਸਵਾਲ ਇਹ ਆ ਅਸੀਂ ਕਿਸੇ ਕੋਲੇ ਹੱਥ ਨਾ ਡੜੀਏ, ਨਾ ਗੌਰਮੈਂਟ ਕੋਲੇ ਨਾ ਕਿਸੇ ਸ਼ਾਹੂਕਾਰ ਦੇ ਕੋਲੇ, ਆਪਣੇ ਪੈਰਾਂ ਤੇ ਆਪ ਖੜੀਏ ਹੋਈਏ। ਇਹੀ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਤੇ ਉਹਦੇ ਸਾਨੂੰ ਅਮਲ ਕਰਨ ਦੀ ਲੋੜ ਹੈ। ਥੈਂਕ ਯੂ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਥੈਂਕ ਯੂ ਜੀ। ਬੜੇ ਅੱਛੇ ਤੁਹਾਡੇ ਜਿਹੜੇ ਸੀਗੇ ਲੈਸਨਸ ਜਿਹੜੇ ਸੀ ਸਾਡੇ ਸਾਰਿਆਂ ਦੇ ਲਈ ਅਮਲ ਚ ਲਿਆਉਣ ਦੇ ਲਈ। ਐਕਚੁਅਲੀ ਗੁਰੂ ਨਾਨਕ ਮਹਾਰਾਜ ਦਾ ਟੈਂਟ ਬਹੁਤ ਵੱਡਾ ਹੈ, ਸੋ ਆਲ ਐਮਬ੍ਰੇਸਿੰਗ, ਆਲ ਇੰਟਾਈਸਿੰਗ। ਅਸੀਂ ਆਪ ਹੀ ਇਹਨੂੰ ਛੋਟਾ ਕੀਤਾ ਹੋਇਆ ਹੈ। ਸਾਨੂੰ ਆਊਟਸਾਈਡ ਆਵਰ ਆਈਵਰੀ ਬਾਕਸ ਜਾਣ ਦੀ ਲੋੜ ਹੈ, ਸੋਚਣ ਦੀ ਲੋੜ ਹੈ।
ਦੂਸਰਾ ਸੀ ਜਿਹੜੀ ਸਾਨੂੰ ਆਪ ਵੀ ਜਿਹੜੇ ਨਾ ਸਿੱਖੀ, ਜਿਵੇਂ ਕਹਿੰਦੇ ਲੋਕੀ ਪੁਰਾਤਨ ਸਮੇਂ 'ਚ ਸਿੱਖੀ ਗਰੀਬ ਸੀ, ਸਿੱਖ ਗਰੀਬ ਸੀ ਲੇਕਿਨ ਸਿੱਖੀ ਅਮੀਰ ਸੀ। ਲੇਕਿਨ ਹੁਣ ਉਲਟਾ ਹੋ ਚੁੱਕਿਆ, ਸਿੱਖ ਬੜੇ ਅਮੀਰ ਨੇ ਲੇਕਿਨ ਸਿੱਖ ਵੈਲਿਊਜ਼ ਨੇ ਉਹਨਾਂ ਨੂੰ ਬੜੀ ਤੰਜਾਲੀ ਦਿੱਤੀ ਹੈ, ਸਿੱਖੀ ਬੜੀ ਗਰੀਬ ਕਰ ਛੱਡੀ ਹੈ ਜਿਹੜੀ ਅਮੀਰੀ ਚ ਆ ਕੇ। ਸੋ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਇਹੋ ਜਿਹੀਆਂ ਚੀਜ਼ਾਂ ਦੇ ਵੱਲ। ਅੱਜ ਦਾ ਪ੍ਰੋਗਰਾਮ ਅਸੀਂ 5-10 ਮਿੰਟ ਉੱਤੇ ਚੱਲੂਗਾ ਤੇ ਮੈਂ ਆਉਂਦੇ 5 ਮਿੰਟਾਂ ਲਈ ਸਰ ਜਸਵੀਰ ਸਿੰਘ ਭਾਟੀਆ ਉਹਨਾਂ ਨੂੰ ਕਹਾਂਗਾ ਜੀ ਤੁਸੀਂ ਆਪਦੇ ਦੱਸੋ ਜੀ ਵਿਚਾਰ ਜਿਹੜੇ ਪਿਛਲੀ ਦਫਾ ਨਹੀਂ ਸੀ ਪੂਰੇ ਕਰ ਸਕੇ, ਤੇ ਉਸ ਤੋਂ ਬਾਅਦ ਪ੍ਰੋਫੈਸਰ ਕਲਿਆਣ ਸਿੰਘ ਹੁਣੀ ਐਂਡ ਦੈਨ ਵੀਲ ਰੈਪ ਇਟ ਅਪ ਮੇਘਰਾਜ ਸਿੰਘ ਹੁਣਾਂ ਤੋਂ ਪੁੱਛ ਕੇ 1-2 ਮਿੰਟਾਂ ਚ। ਹਾਂਜੀ, ਸੋ ਆਉਂਦੇ 5 ਮਿੰਟਾਂ ਲਈ ਵੀਰ ਜੀ ਸਰਦਾਰ ਜਸਵੀਰ ਸਿੰਘ ਜੀ ਭਾਟੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ। बड़ी सोहनी चर्चा हुई है और सारा तक फोकस जो मैं सुन के जो निचोड़ समझा है, सत्कार को सरदार जोगवीर जी अमोलक सिंह जी ने बेगमपुरा की गल की थी, दूजे ने गुरबाणी के आधार ते गल है असी पोलिटिकल इशूज जिहड़ियां असी क्रिएट कीतियां होईयां ने असी गुरबाणी के हिसाब से उन्हां नूं असी सॉल्व करने की कोशिश कर रहे हैं। दरअसल गुरबाणी तो साडी कुरीतियां तो आजादी सी, अच्छे इंसान बनने की जरूरत सी, सब विच बराबरी सांझीवालता करने की लोड़ सी, तो वो चीज़ां तो असीं कर नहीं रहे, उस वास्ते ध्यान साडा है नहीं। जिस आप सब जी ने कहा मैं दोहराने की कोशिश नहीं करांगा। साडे गुरुद्वारे की रूटीन बन गई है, एक जिन्होंने कहते ना एक जिस तरह कि असीं कहने जी साडे कोई रिचुअल्स नहीं है, तो क्या ये गुरुद्वारा जैसा चल रहा है आजकल, क्या ये रिचुअल नहीं है? मैं समझता रिचुअलिज्म है सारी। जिस आप जी ने क्या डिफरेंट शब्दों में, मैं उसको डिफरेंट शब्दों में कह रहा है गुरुद्वारा जो चलना जो भी हो रहा है जस्ट बिकम ए रिचुअल। गए मत्था टेक कर मार चढ़ाते जी, लंगर खा रहे हैं जी, प्रसाद दे रहे जी, चलो हो गई। तो कुछ शब्द सुन ले, शब्द सुनना भी ज्यादातर संगीत का ज्यादा उसके ऊपर प्रभाव होता है, जो कल रस की गल मैं करा। सो पर्सनल एडवांसमेंट एनहांसमेंट जो गुरु साहब का रस्ता सी अपने आप को आजाद करना, वो इंसानी जो त्रुटियां सन अंदर समाज दे विच जात पात का सी, गुरु साहब तो धर्मां दी बाउंड्री तो बाहर चले गए। ये तो मैं फिर कभी गल करांगा। बियॉन्ड द रिलीजियस बाउंड्रीज गुरु नानक gospel went there, but there nobody went there when Guru Nanak went there. जिस तरह कहते हैं the space research which कहते हैं, तो असी उस डायरेक्शन विच छड़ के असी दुनियावी कामां विच आपस दे मतलबी गल्लां वास्ते सारे लीडर जिहड़े सब खुदगर्जियां दे गल्लां वास्ते खुदगर्ज ने सारे उस पासे पै गए हैं। सो 1947 दी जो सो कॉल्ड आजादी हुई है, ठीक है, सानू सी थोड़े जे लोग 2% तो हुण होया, उदों किन्ने सन यही पता नहीं, ते 2% हुण 100% दे नाल असी बहुत ही स्पेशल स्टेटस मंगदे हैं, स्पेशल अपना सब कुछ मंगदे हैं। साढ़े इतने मरे जी, इतनी परसेंटेज साढ़े शहीदियां हुई हैं, वो ठीक है, पर असी बाकी दे 98% दी ग्रोथ नहीं कर सकते ना जी। तुसी पर हट जाओ स्पेशल दो, ऐसा नहीं हो सकता नेशनल लेवल। सो असी गुरबाणी के आधार पे सानू सब तो पहला अपने आप को उच्चा करना है, सब अपने आप की हैसियत उच्चा करना है, विद्या तो ठीक उच्चा करना है। जो साढ़े अंदर कृतियां आ गई ने स्त्री पुरुषता बराबरी असी कहते जरूर है गया, लेकिन असी मनते नहीं। पर डॉक्टर साहब ने बड़ा सोहने शब्दों च क्या है, असी उन्हां कृतियां नूं अपने जो कढ़ना है, तां ही असी ट्रू तरीके नाल आजाद बन सकते हैं। बेगमपुरा कोई बिल्डिंग नहीं है, वो इंसान हैं जिहड़े उस इंसान दे। सो बेगमपुरा इंसान पर सानू बेगमपुरा दे काबिल बनना है। सो यही मेरा विचार है कि सानू सिख नूं समझना पेगा गुरु नानक साहब की कर रहे हैं। गुरु नानक साहब दी फिलासफी ਜਾਂ ਉਹਨਾਂ ਦਾ ਜੋ ਸਿਸਟਮ ਸੀ ਉਹਨੂੰ ਸਮਝਣ ਦੀ ਲੋੜ ਹੈ। ਉਹਦੇ ਨਾਲ ਅਸੀਂ ਆਪਣੇ ਆਪ ਦਾ ਆਚਾਰ ਉੱਚਾ ਕਰਨਾ ਹੈ, ਆਪਣੀ ਕਰਨੀ ਉੱਚੀ ਕਰਨੀ ਹੈ। ਸਭ ਸਾਡੀ ਕਰਨੀ ਵਿੱਚ ਹੈ, ਨਾ ਕਿ ਗੀਤ ਗਾਉਣਾ ਵਿੱਚ। ਸੋ ਮੈਂ ਇਹੀ ਕਹਾਂਗਾ ਕਿ ਜੋ ਆਜ਼ਾਦੀ ਹੋਈ
ਪਾਕਿਸਤਾਨ ਦੀ ਬਣਿਆ ਆਜ਼ਾਦੀ ਹੋਈ, ਲੋਕ ਪਾਰਟੀਸ਼ਨ ਹੋਏ, ਅਸੀਂ ਸਫ਼ਰ ਕੀਤਾ, ਉਹਨਾਂ ਨੇ ਵੀ ਸਫ਼ਰ ਕੀਤਾ। ਜੋ ਮੁਸਲਮਾਨ ਸਨ ਉਹ ਵੀ ਹਜ਼ਾਰਾਂ ਲੱਖਾਂ ਦੀ ਤਾਦਾਦ 'ਚ ਮਾਰੇ ਗਏ। ਸਾਡੇ ਪੰਜਾਬ 'ਚ ਆਉਣ ਵਾਲੇ ਵੀ ਲੱਖਾਂ ਦੀ ਤਾਦਾਦ 'ਚ ਮਾਰੇ ਗਏ। 1 ਮਿਲੀਅਨ ਤੋਂ ਉੱਪਰ, 2 ਮਿਲੀਅਨ ਤੱਕ ਲੋਕ ਮਾਰੇ ਗਏ। ਉਹ ਇੱਕ ਬੜਾ ਹੀ ਬੈਡ ਮੈਨੇਜਮੈਂਟ ਆਫ ਦਿਸ ਕੰਟਰੀਜ਼ ਪਾਰਟੀਸ਼ਨ। ਉਹ ਸਾਡੇ ਲੀਡਰਸ ਦੇ ਫੇਲਡ ਅਸ, ਦੇ ਕੁਡ ਨਾਟ ਕੰਟਰੋਲ ਸਿਚੁਏਸ਼ਨ। ਉਹਨੂੰ ਅਸੀਂ ਦੂਜੇ ਲੈਵਲ ਤੇ ਉਹਨਾਂ ਕੋਲ ਜਾ ਕੇ ਅਸੀਂ ਨਹੀਂ ਕਰ ਸਕਦੇ। that was a sad history, very tragic history of India, ਔਰ ਸਾਨੂੰ ਉਸ ਨੂੰ ਭੁੱਲਣਾ ਪਏਗਾ। we have to see how to develop our community, ਤਾਂ ਕਿ ਅਸੀਂ ਇੱਕ ਆਈਡੀਅਲ ਇਨਸਾਨ ਬਣ ਸਕੀਏ ਸਭ ਤੋਂ ਪਹਿਲੇ, before we talk anything else। ਵਾਹਿਗੁਰੂ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਫਤਿਹ ਜੀ। ਥੈਂਕ ਯੂ ਜੀ ਤੁਹਾਡੇ ਵਿਚਾਰਾਂ ਦਾ। ਐਕਚੁਅਲੀ ਸਾਨੂੰ ਤਾਂ ਨਾ ਜਿਹੜਾ ਜੋ ਹੋਇਆ ਇਹ 'ਚ ਕੋਈ ਸ਼ੱਕ ਨਹੀਂ, ਲੈਸਨ ਲਰਨ ਕਰਨ ਦੀ ਲੋੜ ਹੈ। ਪਰ ਦੂਜੇ ਪਾਸੇ ਤੁਸੀਂ ਦੇਖੋ ਅੱਜ ਦੇ ਹਾਲਾਤ ਦੇਖੋ, ਪਿਛਲੇ ਕੁਝ ਸਾਲਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਇੰਨੀਆਂ ਸਰਕਾਰਾਂ ਇੱਟ ਕੁੱਤੇ ਦਾ ਵੈਰ ਹੋਣ ਦੇ ਬਾਵਜੂਦ ਵੀ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪੁਰਬ ਆਇਆ, ਉੱਥੇ ਕਰਤਾਰਪੁਰ ਲਾਂਘਾ, ਇਟ ਵਾਸ ਸੱਚ ਅ ਹਿਊਜ ਇਸ਼ੂ ਐਂਡ ਆਲ ਆਫ ਅ ਸਡਨ ਗੁਰੂ ਨਾਨਕ ਨੇ, ਮਹਾਰਾਜ ਨੇ ਐਸੀ ਕਲਾ ਵਰਤਾਈ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਿਆ, ਮਹਾਰਾਜ ਦੀ ਬਾਣੀ ਆ, ਆਪ ਹੀ ਉਹ ਇਨਸਾਨਾਂ ਦੇ ਵਿੱਚ ਵਰਤ ਕੇ ਉਹਨੇ ਕਲਾ ਵਰਤਾਈ। ਤੁਸੀਂ ਦੇਖੋ ਗਵਰਨਮੈਂਟ ਆਵਾਜ਼ ਚ ਇਮਰਾਨ ਖਾਨ ਤੇ ਸਿੱਧੂ ਨੂੰ ਕ੍ਰੈਡਿਟ ਜਾਂਦਾ, ਲੋਟ ਆਫ even Indian government was forced to, ਮਜਬੂਰ ਕਰਤੀ ਇਸ ਗੱਲ ਨੂੰ ਮੰਨਣ ਦੇ ਵਿੱਚ। ਰਸਤੇ ਖੁੱਲ ਗਏ, ਬੰਦ ਹੋ ਗਏ ਸੀ, ਫੇਰ ਦੁਬਾਰਾ ਤੇ ਖੁੱਲ ਗਏ। ਹੁਣ ਇੱਧਰ ਸਰਕਾਰ ਬਦਲ ਗਈ, ਉਧਰ ਪਰਵੇਜ਼ ਲਾਹੀ ਦੀ ਸਰਕਾਰ ਆ ਗਈ ਹੈ। ਇਹ ਜਿਹੜੇ ਦੇਖੋ ਸਰਕਾਰਾਂ ਦੇ ਵਿੱਚ, ਲੀਡਰਾਂ ਦੇ ਵਿੱਚ ਆਪਸ ਵਿੱਚ ਨਫ਼ਰਤ ਘਿਰਣਾ ਇੱਧਰ ਉੱਧਰ ਦੀ ਹੋ ਸਕਦੀ ਹੈ। ਲੋਕਾਂ ਦੇ ਵਿੱਚ ਜੋ ਪਿਆਰ, ਜੋ ਨਿੱਘ, ਜੋ ਮਿਠਾਸ, ਇੱਕ ਦੂਜੇ ਨੂੰ ਮਿਲ ਕੇ, ਮੇਰਾ ਐਕਸਪੀਰੀਅੰਸ ਨਹੀਂ ਹੋਇਆ, ਤੁਸੀਂ ਜਿਹੜੇ ਜਾ ਚੁੱਕੇ ਤੁਸੀਂ ਦੇਖਿਆ ਲੋਕਾਂ ਦੇ ਬਾਰੇ, they only have good things to say about it। ਸੋ ਸਾਨੂੰ ਉਹਨਾਂ ਚੀਜ਼ਾਂ ਦੇ ਵਿੱਚੋਂ ਸਬਕ ਸਿੱਖ ਕੇ ਆਸ ਵੀ ਰੱਖਣੀ ਚਾਹੀਦੀ ਹੈ ਕਿ ਹੋਰ ਵੀ, ਜਿੱਥੇ ਅੰਮ੍ਰਿਤਸਰ ਤੇ ਲਾਹੌਰ ਇੱਕ ਵੇਲੇ ਸਾਡੀ ਦਰਬਾਰੇ ਖਾਲਸਾ, ਸਰਕਾਰੇ ਖਾਲਸਾ ਸੀ, ਉੱਥੇ ਅੰਮ੍ਰਿਤਸਰ ਵਾਲੇ ਟ੍ਰੇਡ ਸੈਂਟਰ ਸਾਹਿਬ ਸੇ ਏਸ਼ੀਆ ਦੇ ਵਿੱਚ, ਕੋਈ ਪਤਾ ਨਹੀਂ ਜੇ ਲੋਕਾਂ ਦੇ ਵਿਚਾਰ ਹੋਣ, ਗ੍ਰਾਸ ਰੂਟ ਲੈਵਲ ਤੇ ਲੋਕਾਂ ਦੀਆਂ ਸਦ ਭਾਵਨਾਵਾਂ ਚੰਗੀਆਂ, ਸ਼ੁਭ ਭਾਵਨਾਵਾਂ ਹੋਣ, ਉਦਾਂ ਦੇ ਦਿਨ ਵਾਪਸ ਵੀ ਮੁੜ ਕੇ ਆ ਸਕਦੇ। ਐਸੀ ਗੱਲ ਨਹੀਂ, ਸਾਨੂੰ ਹੋਪ ਨਹੀਂ ਛੱਡਣੀ ਚਾਹੀਦੀ, ਆਸ ਰੱਖਣੀ ਚਾਹੀਦੀ ਹੈ। ਤੇ ਆਜ਼ਾਦੀ ਨੂੰ ਬੁਲੰਦੀ ਕਰਨ ਦੇ ਵਿੱਚ ਹਰੇਕ ਅਸੀਂ ਹਿੱਸਾ ਪਾ ਸਕਦੇ ਹਾਂ। ਆਜ਼ਾਦ ਕੋਈ ਇਕੱਲਾ, ਆਜ਼ਾਦ ਹਸਤੀ ਦਾ ਪ੍ਰਤੀਕ ਹੈ ਸਿੱਖ ਜੀ। ਆਜ਼ਾਦੀ ਕੋਈ ਟੈਰੀਟੋਰੀਅਲ ਜੁਰਿਸਡਿਕਸ਼ਨ ਦੇ ਵਿੱਚ ਆ ਕੇ ਨਹੀਂ ਇਕੱਲੀ, ਉਂਝ ਵੀ ਆਜ਼ਾਦ ਹਸਤੀ ਖਿਆਲ ਦੀ, ਜਿਹੜੀ ਸੋਚ ਦੀ ਆਜ਼ਾਦੀ ਹੈ ਨਾ ਜੀ, ਉਹਦੀ ਸੁਪਰੀਮੇਸੀ ਹੈ। ਹਾਂਜੀ ਸਦਾ ਮੇਘਰਾਜ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਆਖਰੀ 1-2 ਮਿੰਟਾਂ ਦੇ ਵਿੱਚ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। काफी लंबी विचार होगी ते काफी मतलब चढ़ती कला विचार आए सारे। मैं एक किताब भी लिखी है पिछली बार जो है ना 18 जून को रिलीज करी दिल्ली के अंदर, उसका नाम है किताब का कि कैसे जिएंगे पूरे विश्व के लोग आजादी की जिंदगी। तो ये झूठ, बेईमानी, ये सब बेईमानी भी आजाद मतलब बंदे को गुलाम बना रही, ठगी ठगोरी भी गुलाम बना रही। तो अगर गुरु नानक साहब का एक फरमान है, एक उन्होंने समझ लिए गुरु गोविंद सिंह जी का, कि अगर मानसिक तौर पर आजाद होना तो इंसान ने, तो गुरु गोविंद सिंह जी कहते हैं कि जब ये है गहे विप्रन की रीत मना करो उनके प्रति, मतलब ब्राह्मण जी बिल्कुल बाइकाट कर दो। दूजी है ना, गुरु नानक साहब भी कहते हैं कि मतलब मत्थे टिक्का तेड़ तोते का खाई हथ छुरी जगत कसाई। ਜਦੋਂ ਤੱਕ ਇਹ ਸਾਡੇ ਨਾਲ ਰਹਿਣਗੇ ਉਦੋਂ ਤੱਕ ਸਾਡੇ ਅੰਦਰ ਸੁਧਾਰ ਹੋ ਨਹੀਂ ਸਕਦਾ, ਕਿਉਂਕਿ ਮਤਲਬ ਉਹਨਾਂ ਦੇ ਵਿਚਾਰ ਇਸ ਤਰ੍ਹਾਂ ਦੇ, ਮਤਲਬ ਉਹ ਫੈਲਾ ਦਿੰਦੇ ਆਪਣੇ ਝੂਠ ਨੂੰ, ਫੈਲਾ गए इतना फैला दे, वो पता ही नहीं लगता हमें कि हमारे अंदर झूठ कैसे आ गया। तो कुल मिला के ये कि सच्चाई ते ईमान मन जो बंदा मन गुरबाणी स्वीकार करता उदो मानसिक तौर पर आजाद होता। जो बंदा मानसिक तौर पर आजाद हो सकता उदो ही बंदा ये शारीरिक तौर तो आजादी का काम कर सकता। ਹਾਂਜੀ ਭੈਣ ਜੀ, ਮੈਂ ਤੋਂ ਖਿਮਾ ਦਾ ਜਾ ਕੇ ਅਗਲੀ ਵਾਰ ਤੁਹਾਨੂੰ ਟਾਈਮ ਦਿੱਤਾ ਜਾਊਗਾ। ਅਗਲੀ ਦਫਾ ਅਸੀਂ ਜਿਹੜਾ ਅੱਜ ਦੇ ਤੁਹਾਡੇ ਸਾਰਿਆਂ ਦੇ ਵਿਚਾਰ ਅਸੀਂ ਸੁਣੇ ਨੇ, ਅਗਲੇ ਹਫਤੇ ਕਿਉਂਕਿ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਮਾਰ ਦਾ ਆਦਵੀੜ ਨੂੰ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਜਿਹੜਾ ਹੋਇਆ ਸੀਗਾ 1 ਸਤੰਬਰ ਨੂੰ, ਉਹ ਤੇ ਨਾਲੇ ਇੱਥੇ ਵੈਸਟਰਨ ਸੁਸਾਇਟੀ USA ਦੇ ਵਿੱਚ ਲੇਬਰ ਡੇ ਵੀ ਆ ਰਿਹਾ ਹੈ ਜੀ। ਸੋ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਪਹਿਲਾ ਪ੍ਰਕਾਸ਼ ਉਤਸਵ ਦਰਬਾਰ ਸਾਹਿਬ ਚ ਹੋਇਆ ਉਹਦੇ ਬਾਰੇ ਤੇ ਨਾਲ ਲੇਬਰ ਡੇ, ਕਿਰਤ ਦੀ ਮਹਾਨਤਾ ਹੈ ਜਿਹੜੀ ਲੇਬਰ ਡੇ ਨੂੰ ਇੱਥੇ ਸੈਲੀਬ੍ਰੇਟ ਕੀਤਾ ਜਾਂਦਾ, ਇਟਸ ਅ ਫੈਡਰਲ ਨੈਸ਼ਨਲ ਹੌਲੀਡੇ। ਕਿਰਤ ਦੀ ਮਹਾਨਤਾ ਗੁਰਮਤ ਦੇ ਪਰਸਪੈਕਟਿਵ ਤੋਂ ਕੀ ਹੈ, ਇਹਨਾਂ ਦੋਨਾਂ ਦੇ ਉੱਤੇ ਅਸੀਂ ਜਿਹੜਾ ਹੈ ਅਗਲੇ ਹਫਤੇ ਵਿਚਾਰ ਕਰਾਂਗੇ।
ਅੱਜ ਦੇ ਜਿਹੜੇ ਸਾਰੇ ਜਿਹੜੇ ਵਕਤਾਕਾਰ ਸੀ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਤੁਸੀਂ ਜਿਹੜੇ ਸੱਜਣ ਸੁਣ ਰਹੇ ਹੋ ਪ੍ਰੋਗਰਾਮ ਨੂੰ ਤੇ ਜਿਹੜੇ ਇੱਥੇ ਬੋਲੇ ਨੇ ਸਪੀਕਰਸ, ਸਾਰਿਆਂ ਦੇ ਵਿਚਾਰ ਦੀਜ ਇਹ ਆਪੋ ਆਪਣੇ ਨੇ। ਦਿਸ ਇਜ਼ ਨਾਟ ਦਾ ਅਫੀਸ਼ੀਅਲ ਪਾਲਿਸੀ ਆਫ ਵੌਇਸ ਆਫ ਮਾਨਵਤਾ। ਸਾਰਿਆਂ ਦੇ ਵਿਚਾਰ ਮੁਬਾਰਕ ਹੋਣ। ਜਿਹੜੇ ਤੁਹਾਨੂੰ ਚੰਗੇ ਲੱਗਣ ਪੱਲੇ ਬੰਨ ਲਓ, ਉਹਨਾਂ ਤੇ ਅਮਲ ਕਰੋ, ਜ਼ਿੰਦਗੀ ਨੂੰ ਸੁਧਾਰੋ, ਆਪਣੇ ਆਲੇ ਦੁਆਲੇ ਸਮਾਜ ਨੂੰ ਸੁਧਾਰੋ। ਜਿਹੜੇ ਮਾੜੇ ਲੱਗਣ ਉਹ ਮੇਰੀ ਝੋਲੀ 'ਚ ਪਾ ਦੇਣਾ ਜੀ। ਭੁੱਲਾ ਚੁੱਕਾਂ ਗੁਸਤਾਖੀਆਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।